ਜਿਨ ਸੇਵਿਓ। ਗੁਰ ਅਮਰਦਾਸ 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 ਜਿਨ ਸੇਵਿਓ। ਤਿਨ ਦੁਖ ਦਰਿਦਰ ਪਰ ਹਰ ਪਰੈ। ਤਿਨ ਦੁਖ ਦਰਿਦਰ ਪਰ ਹਰ ਪਰੈ। ਤਿਨ ਦੁਖ ਦਰਿਦਰ ਪਰ ਹਰ ਪਰੈ। ਗੁਰ ਅਮਰਦਾਸ ਜਿਨ ਸੇਵਿਓ। ਗੁਰ ਅਮਰਦਾਸ ਜਿਨ ਸੇਵਿਓ। ਤਿਨ ਦੁਖ ਦਰਿਦਰ ਪਰ ਹਰ ਪਰੈ। ਤਿਨ ਦੁਖ ਦਰਿਦਰ ਪਰ ਹਰ ਪਰੈ। ਗੁਰ ਅਮਰਦਾਸ ਜਿਨ ਸੇਵਿਓ। ਗੁਰ ਅਮਰਦਾਸ ਜਿਨ ਸੇਵਿਓ। ਨਾਨਕ ਕੁਲ ਨਿਰਮਲ ਅਵਤਰਿਓ। ਨਾਨਕ ਕੁਲ ਨਿਰਮਲ ਅਵਤਰਿਓ। ਗੁਣ ਕਰਤਾਰੈ ਉਚਰੈ। ਗੁਣ ਕਰਤਾਰੈ ਉਚਰੈ। ਗੁਰ ਅਮਰਦਾਸ ਜਿਨ ਸੇਵਿਓ। ਗੁਰ ਅਮਰਦਾਸ ਜਿਨ ਸੇਵਿਓ। ਤਿਨ ਦੁਖ ਦਰਿਦਰ ਪਰ ਹਰ ਪਰੈ। ਤਿਨ ਦੁਖ ਦਰਿਦਰ ਪਰ ਹਰ ਪਰੈ। ਗੁਰ ਅਮਰਦਾਸ ਜਿਨ ਸੇਵਿਓ। ਗੁਰ ਅਮਰਦਾਸ ਜਿਨ ਸੇਵਿਓ। ਜਪ ਤਪ ਸਤ ਸੰਤੋਖ ਭਿਖ ਦਰਸ਼ਨ ਗੁਰ ਸਿੱਖ। ਸਰਣ ਪਰੇ ਤੇ ਉਬਰੈ ਛੋਟ ਜਮਪੁਰ ਕੀ ਲਿਖ। ਭਗਤ ਪਾਏ ਭਰਪੂਰ ਹਿਰਦੈ ਉਚਰੈ ਕਰਤਾਰੈ। ਗੁਰ ਗੌਹਰ ਦਰਿਆਓ ਪਲਕ ਡੁਬੰਤਹਿ ਤਾਰੈ। ਨਾਨਕ ਕੁਲ ਨਿਰਮਲ ਅਵਤਰਿਓ ਗੁਣ ਕਰਤਾਰੈ ਉਚਰੈ। ਨਾਨਕ ਕੁਲ ਨਿਰਮਲ ਅਵਤਰਿਓ ਗੁਣ ਕਰਤਾਰੈ ਉਚਰੈ। ਗੁਰ ਅਮਰਦਾਸ ਜਿਨ ਸੇਵਿਓ। ਤਿਨ ਦੁਖ ਦਰਿਦਰ ਪਰ ਹਰ ਪਰੈ। ਗੁਰ ਅਮਰਦਾਸ ਜਿਨ ਸੇਵਿਓ। ਤਿਨ ਦੁਖ ਦਰਿਦਰ ਪਰ ਹਰ ਪਰੈ। ਤੇ ਨਰ ਦੁਖ ਨਾ ਭੁਖ। ਤੇ ਨਰ ਨਿਤਨ ਨੋ ਕਹੀਐ। ਤੇ ਨਰ ਸ਼ੋਕ ਨੋ ਹੋਵੈ। ਤੇ ਨਰ ਸੇ ਅੰਤ ਨਾ ਲਹੀਐ। ਤੇ ਨਰ ਸੇਵ ਨਹੁ ਕਰੈ।
ਤੇ ਨਾਰ ਸਹਿਸ ਸਮਪਹਿ, ਤੇ ਨਾਰ ਦੁਲੀਚੈ ਬਹਿ, ਤੇ ਨਾਰੀ ਉਥਾਪ ਬਿਥਪਹਿ। ਸੁਖ ਲਹੈ ਤੇ ਨਰ ਸੰਸਾਰ ਮਹਿ, ਪੈ ਪਟ ਰਿਪ ਮਦ ਤੇ। ਸੁਖ ਲਹੈ ਤੇ ਨਰ ਸੰਸਾਰ ਮਹਿ, ਪੈ ਪਟ ਰਿਪ ਮਦ ਤੇ। ਸਕੇ ਹੱਥ ਤੇ ਨਰ ਜਾਲਪ ਬਣੈ, ਗੁਰ ਅਮਰਦਾਸ ਸੋ ਪ੍ਰਸੰਨ ਜੇ। ਗੁਰ ਅਮਰਦਾਸ ਸੋ ਪ੍ਰਸੰਨ ਜੇ, ਗੁਰ ਅਮਰਦਾਸ ਸੋ ਪ੍ਰਸੰਨ ਜੇ। ਗੁਰ ਅਮਰਦਾਸ ਪਰਸੀਐ, ਪੋਹਮ ਪਾਤਕ ਬਿਨਾਸਹਿ। ਗੁਰ ਅਮਰਦਾਸ ਪਰਸੀਐ, ਸਿਧ ਸਾਧਕ ਆਸਾਸਹਿ। ਗੁਰ ਅਮਰਦਾਸ ਪਰਸੀਐ, ਧਿਆਨ ਲਹੀਐ ਪਉ ਮੁਕਹਿ। ਗੁਰ ਅਮਰਦਾਸ ਪਰਸੀਐ, ਆਪਉ ਲੱਭੈ ਗਉ ਚੁਕ ਹੈ। ਇਕ ਬਿਨ ਦੁਗਣ ਜੋ ਤੋ ਰਹੈ, ਜਾਸ ਮੰਤਰ ਮਾਨ ਵਹਿ ਲਹੈ। ਜਾਲ ਪਾਪ ਪਦਾਰਥ ਤੜੇ, ਗੁਰ ਅਮਰਦਾਸ ਜਿੱਥੇ ਮਿਲੇ। ਜਾਲ ਪਾਪ ਪਦਾਰਥ ਇਤੜੇ, ਪਦਾਰਥ ਇਤੜੇ, ਪਦਾਰਥ ਇਤੜੇ। ਗੁਰ ਅਮਰਦਾਸ ਜਿੱਥੇ ਮਿਲੇ, ਗੁਰ ਅਮਰਦਾਸ ਜਿੱਥੇ ਮਿਲੇ। ਗੁਰ ਅਮਰਦਾਸ ਜਿੱਥੇ ਮਿਲੇ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਕੋਹੇ ਬਨ ਆਵੇ। ਤੇਰੀ ਉਪਮਾ, ਤੇਰੀ ਉਪਮਾ ਤੋਹੇ ਬਨ ਆਵੇ। 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 ਤੇਰੀ ਉਪਮਾ ਤੋਹੇ। ਪੱਲੇ ਅਮਰਦਾਸ ਗੁਣ ਤੇਰੇ, ਪੱਲੇ ਪੱਲੇ ਅਮਰਦਾਸ ਗੁਣ ਤੇਰੇ, ਪੱਲੇ ਤੇਰੀ ਉਪਮਾ ਤੋਹੇ ਬਨ ਆਵੇ। ਤੇਰੀ ਉਪਮਾ ਤੋਹੇ, ਹਾਂ ਤੇਰੀ ਉਪਮਾ ਤੋਹੇ ਬਨ ਆਵੇ। ਤੇਰੀ ਉਪਮਾ ਤੋਹੇ। ਤੂੰ ਸਤਿਗੁਰ ਚਹੁ ਜੁਗੀ, ਤੂੰ ਸਤਿਗੁਰ ਚਹੁ ਜੁਗੀ। ਤੂੰ ਸਤਿਗੁਰ ਚਹੁ ਜੁਗੀ। ਆਪ ਆਪੇ ਪਰਮੇਸ਼ਰ, ਆਪ ਆਪੇ ਪਰਮੇਸ਼ਰ। ਸੁਰ ਨਰ ਸਾਧਕ ਸਿੱਧ ਸਿੱਖ, ਸੇਵੰਤ ਤੁਰ ਹੈ ਤੁਰ। ਆਦ ਜੁਗਾਦ ਅਨਾਦ ਕਲਾ ਤਾਰੀ ਤ੍ਰਿਹੁ ਲੋਹ। ਅਗਮ ਨਿਗਮ ਉਧਾਰਨ, ਜਰਾ ਜਮ ਹੈ ਆਰੋ।
ਗੁਰ ਅਮਰਦਾਸ ਥਿਰ ਥੱਪਿਓ, ਗੁਰ ਅਮਰਦਾਸ ਥਿਰ ਥੱਪਿਓ, ਪਰਗਾਮੀ ਤਾਰਨ ਤਾਰਨ। ਗੁਰ ਅਮਰਦਾਸ ਥਿਰ ਥੱਪਿਓ, ਗੁਰ ਅਮਰਦਾਸ ਥਿਰ ਥੱਪਿਓ, ਪਰਗਾਮੀ ਤਾਰਨ ਤਾਰਨ। ਆਗੇ ਅੰਤ ਬਦੈ ਨ ਸਲ ਕਵ, ਗੁਰ ਰਾਮਦਾਸ ਤੇਰੀ ਸਰਣ, ਗੁਰ ਰਾਮਦਾਸ ਤੇਰੀ ਸਰਣ, ਗੁਰ ਰਾਮਦਾਸ ਤੇਰੀ ਸਰਣ। ਗੁਰ ਅਮਰਦਾਸ ਥਿਰ ਥੱਪਿਓ, ਪਰਗਾਮੀ ਤਾਰਨ ਤਾਰਨ। ਆਗੇ ਅੰਤਿਕ ਬਦੈ ਨ ਸਲ ਕਵ, ਗੁਰ ਰਾਮਦਾਸ ਤੇਰੀ ਸਰਣ। ਭੱਲੇ ਅਮਰਦਾਸ ਗੁਣ ਤੇਰੇ, ਗੁਣ ਤੇਰੇ, ਗੁਣ ਤੇਰੇ, ਗੁਣ ਤੇਰੇ। ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ। ਹਾਂ ਤੇਰੀ, ਤੇਰੀ ਉਪਮਾ ਤੋਹੇ ਬਨ ਆਵੇ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਏ। ਤਾਂ ਤੇ ਅੰਗਦ ਅੰਗ ਸੰਗ ਪਇਓ ਸਾਇਰ, ਤਿਨ ਸ਼ਬਦ ਸੁਰਤ ਕੀਨੀ ਵਰਖਾਏ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਗੁਰ ਅਮਰਦਾਸ ਕੀ ਅਕਥ ਕਥਾ ਹੈ। ਇਕ ਜੀ ਕਛ ਕਹੀ ਨ ਜਾਏ, ਇਕ ਜੀ ਕਛ ਕਹੀ ਨ ਜਾਏ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇਕ ਜੀ ਕਛ ਕਹੀ ਨ ਜਾਏ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਬੜਾਈ। ਤੇਰੀ ਉਪਮਾ, ਤੇਰੀ ਉਪਮਾ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਤੇਰੀ ਉਪਮਾ, ਤੇਰੀ ਉਪਮਾ ਤੋਹੇ ਬਨ ਆਵੇ। ਤੇਰੀ ਸਤਿਗੁਰ ਮੇਰੇ ਕੀ ਵਡਿਆਈ, ਸਤਿਗੁਰ ਮੇਰੇ ਕੀ ਵਡਿਆਈ। ਪ੍ਰਗਟ ਪਈ ਹੈ ਸਭਨੇ ਥਾਏ, ਪ੍ਰਗਟ ਪਈ ਹੈ ਸਭਨੇ ਥਾਏ। ਸਤਿਗੁਰ ਮੇਰਾ ਵੱਡ ਸਮਰੱਥਾ, ਜੀਏ ਸੰਭਾਲੀ ਤਾਂ ਸਭ ਦੁੱਖ ਲੱਥਾ। ਚਿੰਤਾ ਰੋਗ ਗਈ ਹਉ ਪੀੜਾ, ਆਪ ਕਰੇ ਪ੍ਰਤਪਾਲਾ ਜਿਉ, ਆਪ ਕਰੇ ਪ੍ਰਤਪਾਲਾ ਜਿਉ। ਜਿਸ ਗੁਰ ਕੋ ਸਿਮਰੋ ਸਾਸ ਸਾਸ, ਜਿਸ ਗੁਰ ਕੋ
ਸਿਮਰੋ ਸਾਸ ਸਾਸ ਤਿਸ ਗੁਰ ਕੋ ਤਿਸ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਹ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕਾ ਦਰਸ਼ਨ ਦੇਖ ਦੇਖ ਗੁਰ ਕਾ ਜਪੋ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕਾ ਜੀ ਗੁਰ ਕਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਰਹਾਓ ਗੁਰ ਕੀ ਰੇਣ ਨਿਤ ਮਜਨ ਕਰੋ ਜਨਮ ਜਨਮ ਕੀ ਹਉ ਮੈਂ ਮਲ ਹਰੋ ਤਿਸ ਗੁਰ ਕੋ ਚੁਲਾਵੋ ਪਾਖਾ ਮਹਾ ਅਗਨ ਤੇ ਹਾਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਢੋਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀਸੋ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੋਕੋ ਦੀਨਾ ਜਿਓ ਆਪਣਾ ਦਾਸਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਆਪੇ ਲਾਇਓ ਆਪਣਾ ਪਿਆਰ ਆਪੇ ਲਾਇਓ ਆਪਣਾ ਪਿਆਰ ਆਪੇ ਤਿਸ ਗੁਰ ਕੋ ਸਦਾ ਸਦਾ ਕਰੀ ਨਮਸਕਾਰ ਤਿਸ ਗੁਰ ਕੋ ਸਦਾ ਸਦਾ ਕਰੀ ਨਮਸਕਾਰ ਤਿਸ ਗੁਰ ਕੋ ਸਦਾ ਸਦਾ ਤਿਸ ਗੁਰ ਕੋ ਸਦਾ ਸਦਾ ਕਰੀ ਨਮਸਕਾਰ ਕਰੇ ਨਮਸਕਾਰ ਕਰੀ ਨਮਸਕਾਰ ਕਾਲ ਕਲੇਸ਼ ਪੈ ਭ੍ਰਮ ਦੁਖ ਲਾਥਾ ਕਾਲ ਕਲੇਸ਼ ਪੈ ਭ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ 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 ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। 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 ਗੁਰ ਅਮਰਦਾਸ ਜਿਨ ਸੇਵਿਓ, ਗੁਰ ਅਮਰਦਾਸ ਜਿਨ, ਗੁਰ ਅਮਰਦਾਸ ਜਿਨ ਸੇਵਿਓ। ਗੁਰ ਅਮਰਦਾਸ ਜਿਨ ਸੇਵਿਓ, ਗੁਰ ਅਮਰਦਾਸ ਜਿਨ ਸੇਵਿਓ। ਗੁਰ ਅਮਰਦਾਸ ਜਿਨ ਸੇਵਿਓ, ਗੁਰ ਅਮਰਦਾਸ ਜਿਨ ਸੇਵਿਓ। ਤਿਨ ਦੁਖ ਦਰਿਦਰ ਪਰ ਹਰਿ ਪਰੈ, ਤਿਨ ਦੁਖ ਦਰਿਦਰ ਪਰ ਹਰਿ ਪਰੈ। ਤਿਨ ਦੁਖ ਦਰਿਦਰ ਪਰ ਹਰਿ ਪਰੈ। ਗੁਰ ਅਮਰਦਾਸ ਜਿਨ ਸੇਵਿਓ, ਗੁਰ ਅਮਰਦਾਸ ਜਿਨ ਸੇਵਿਓ। ਗੁਰ ਅਮਰਦਾਸ ਜਿਨ ਸੇਵਿਓ, ਗੁਰ ਅਮਰਦਾਸ ਜਿਨ ਸੇਵਿਓ। ਤਿਨ ਦੁਖ ਦਰਿਦਰ ਪਰ ਹਰਿ ਪਰੈ, ਤਿਨ ਦੁਖ ਦਰਿਦਰ ਪਰ ਹਰਿ ਪਰੈ। ਗੁਰ ਅਮਰਦਾਸ ਜਿਨ ਸੇਵਿਓ, ਗੁਰ ਅਮਰਦਾਸ ਜਿਨ ਸੇਵਿਓ। 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 ਆਖੋ ਸਾਰੇ ਗੱਜ ਕੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ। ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ। ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਮਿਹਰਬਾਨ ਦਇਆਵਾਨ, ਸਰਬ ਸੁਖਾਂ ਦੇ ਦਾਤੇ, ਪ੍ਰਤੱਖ ਗੁਰੂ, ਸਮਰੱਥ ਗੁਰੂ, ਬਾਣੀ ਰੂਪ ਗੁਰੂ, ਸਾਰਿਆਂ ਦੇ ਸਾਂਝੇ ਗੁਰੂ ਤੇ ਸਾਰਿਆਂ ਦਾ ਭਲਾ ਕਰਨ ਵਾਲੇ ਗੁਰੂ ਜੀ। ਅੰਮ੍ਰਿਤ ਬਾਣੀ ਦੇ ਅਥਾਹ ਵੱਡੇ ਸਮੁੰਦਰ,
ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕਹੋ ਪਿਆਰ ਨਾਲ ਜੀ ਸਾਰੇ, ਧੰਨ ਧੰਨ ਸ੍ਰੀ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਤੇ ਮਹਾਂਪੁਰਖਾਂ ਦੇ ਬਖਸ਼ਿਸ਼ਾਂ ਭਰੇ ਬਚਨਾਂ ਦਾ ਸਦਕਾ ਹਰ ਬੁੱਧਵਾਰ ਆਪਾਂ ਨੂੰ ਸਾਰਿਆਂ ਨੂੰ ਹੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਸੰਗਤ ਕਰਨ ਦਾ ਬੜਾ ਸੋਹਣਾ ਸਮਾਂ ਪ੍ਰਾਪਤ ਹੁੰਦਾ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਦੇ ਦਰਸ਼ਨ, ਅੰਮ੍ਰਿਤ ਬਾਣੀ ਦੇ ਕੀਰਤਨ, ਗੁਰੂ ਘਰ ਦੇ ਇਤਿਹਾਸ ਦੀਆਂ ਕਥਾ ਵਿਚਾਰਾਂ ਤੁਹਾਡੇ ਭਾਗਾਂ ਵਿੱਚ ਪਰਮੇਸ਼ਰ ਨੇ ਲਿਖੀਆਂ ਹੈ। ਕੌਣ ਰਾਤ ਨੂੰ ਆਉਂਦਾ ਤੇ ਕੌਣ ਕਿਤੇ ਆ ਕੇ ਬੈਠਦਾ ਜੀ, ਜਿੰਨਾ ਮਰਜ਼ੀ ਆਖੀ ਚੱਲੋ, ਪਰ ਜਿਨ੍ਹਾਂ ਦੇ ਭਾਗਾਂ ਵਿੱਚ ਪਰਮੇਸ਼ਰ ਨੇ ਲਿਖਿਆ ਨਾ ਜੀ, ਉਹ ਭਾਵੇਂ ਕਿੰਨੇ ਵੀ ਰੁਝੇਵੇਂ ਨੇ ਤੇ ਕਿੰਨੇ ਵੀ ਥਕੇਵੇਂ ਆ, ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਹੀ ਜਾਂਦੇ ਨੇ। ਤੇ ਮੇਰਾ ਖਿਆਲ ਗੁਰੂ ਸਾਹਿਬ ਉਹਨਾਂ ਨੂੰ ਲੈ ਹੀ ਆਉਂਦੇ ਆ ਜੀ, ਲੈ ਹੀ ਆਉਂਦੇ ਨੇ। ਡਾਕਟਰ ਜੀ ਉਹਨਾਂ ਨਾਲ ਅੱਜ ਮੇਰੀ ਸਵੇਰੇ ਗੱਲ ਹੋਈ, ਕਹਿੰਦੇ ਮੈਂ ਚੰਡੀਗੜ੍ਹ ਬੈਠਾ ਹਾਂ। ਹਾਂਜੀ, ਤੇ ਚੰਡੀਗੜ੍ਹ ਆਦਮੀ ਕੰਮ ਕਾਰ ਕਰਕੇ ਇੰਨਾ ਲੰਮਾ ਸਫ਼ਰ ਜਾਣਾ ਤੇ ਫੇਰ ਆਉਣਾ, ਤੇ ਆਦਮੀ ਸੋਚਦਾ ਹੁਣ ਥੱਕੇ ਆ ਤੇ ਸੌਂ ਜਾਈਏ। ਹਾਂਜੀ, ਪਰ ਮਹਾਰਾਜ ਨੇ ਭਾਗਾਂ 'ਚ ਸਤਸੰਗ ਲਿਖਿਆ ਇਸ ਵਾਸਤੇ ਕਿ ਮੈਂ ਥਕੇਵਾਂ ਮਹਿਸੂਸ ਨਹੀਂ ਹੁੰਦਾ। ਤੁਹਾਡੀ ਕਿਹਦੀ ਗੱਲ ਕਰਾਂ, ਸਾਰੇ ਤੁਸੀਂ ਰਜੇਵੇਂ ਵਾਲੇ ਹੋ। ਕੋਈ ਨੌਕਰੀ, ਕੋਈ ਦੁਕਾਨ, ਕੋਈ ਖੇਤੀਬਾੜੀ, ਸਾਰੇ। ਤੇ ਸਾਰਾ ਦਿਨ ਬੰਦਾ ਕਾਰੋਬਾਰ ਕਰੇ ਤੇ ਸਾਰੀ ਰਾਤ ਮੁੜ ਕੇ ਆ ਕੇ ਜਾਗੇ ਬੈਠੇ, ਤਕਰੀਬਨ ਰਾਤ ਲੰਘ ਜਾਂਦੀ ਘਰ ਜਾਂਦਿਆਂ ਤੱਕ। ਪਰਸੋਂ ਚੌਥੀ ਮੈਨੂੰ ਚੰਡੇਰਾਂ ਵਾਲੇ ਸਿੰਘ ਦੱਸ ਰਹੇ ਸੀ ਵੀ ਜਦੋਂ ਅਸੀਂ ਵਾਪਸ ਗਏ ਨਾ ਪਿਛਲੇ ਬੁੱਧਵਾਰ, ਤੇ ਗੁਰਦੁਆਰਾ ਸਾਹਿਬ ਪਾਠ ਆਰੰਭ ਹੋ ਗਿਆ ਸੀ 4 ਵਜੇ ਦਾ ਜੀ। 4 ਵਜੇ ਕਹਿੰਦੇ ਗ੍ਰੰਥੀ ਸਿੰਘ ਪਾਠ ਆਰੰਭ ਕਰਦਾ, ਜਾਂਦਿਆਂ ਨੂੰ ਪਾਠ ਆਰੰਭ ਹੋ ਗਿਆ ਸੀਗਾ ਜੀ। ਤੇ ਸਾਨੂੰ ਵੀ ਤੁਹਾਡੀ ਕਿਰਪਾ, ਗੁਰੂ ਜੀ ਦੀ ਕਿਰਪਾ ਨਾਲ, ਤੁਹਾਡੇ ਆਸ਼ੀਰਵਾਦ ਨਾਲ ਦਿਨ ਚੜ੍ਹਨ ਵਾਲਾ ਹੋ ਜਾਂਦਾ ਜੀ। ਹਾਂਜੀ, ਸੰਗਤਾਂ ਨੂੰ ਜਦੋਂ ਤੋਰ ਕੇ ਅੰਦਰ ਜਾਈਦਾ ਤੇ ਗੁਰੂ ਜੀ ਦੀ ਬਖਸ਼ਿਸ਼, ਕਿੱਥੇ ਜਾਗਿਆ ਜਾਂਦਾ ਤੇ ਕਿੱਥੇ ਬੈਠਾ ਜਾਂਦਾ ਜੀ। ਇਹ ਬਲ ਮਹਾਰਾਜ ਆਪ ਹੀ ਬਖਸ਼ਦੇ ਨੇ। ਸੋ ਸਤਿਗੁਰੂ ਜੀ ਦੀ ਰਹਿਮਤ, ਬਖਸ਼ਿਸ਼, ਕਿਰਪਾ ਦਾ ਸਦਕਾ ਹਰ ਬੁੱਧਵਾਰ ਆਪ ਜੀ ਸੰਗਤਾਂ ਆਪਣੇ ਗੁਰੂ ਜੀ ਦੇ ਚਰਨਾਂ ਵਿੱਚ ਬਹਿੰਦੇ ਜੇ। ਆਪਣੇ ਗੁਰੂ ਦੇ ਜੀ, ਇਹ ਆਪਣੇ ਗੁਰੂ ਨੇ ਜੀ। ਬਾਣੀ ਵਿੱਚ ਸ਼ਬਦ ਸੁਣਿਆ ਤੁਸੀਂ, ਆਪਣੇ ਸਤਿਗੁਰ ਕਹਿ ਬਲਿਹਾਰੈ। ਆਪਣੇ ਗੁਰੂ ਨੇ। ਹਾਂਜੀ, ਆਪਣੇ ਗੁਰੂ ਜੀ ਦੇ ਚਰਨਾਂ ਵਿੱਚ ਜਿਹੜੇ ਬੈਠਦੇ ਨੇ ਤੇ ਆਪਣਾ ਸੰਸਾਰੀ ਸਮਾਂ ਗੁਰੂ ਜੀ ਦੇ ਚਰਨਾਂ ਤੋਂ ਬਲਿਹਾਰ ਕਰਦੇ ਆ ਨਾ ਜਿਹੜੇ, ਉਹਨਾਂ ਨੂੰ ਮਿਲਦਾ ਕੀ ਆ? ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੇ। ਜਿਹੜੇ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਆ ਨਾ ਜੀ, ਫਿਰ ਇਹ ਉਹਨਾਂ ਨੂੰ ਬਖਸ਼ਿਸ਼ਾਂ ਮਿਲਦੀਆਂ ਨੇ। ਕਿਹੜੀਆਂ ਜੀ? ਬੋਲੋ ਸਾਰੇ। ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੇ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕੱਲ੍ਹ ਜਿਹੜਾ ਦਿਨ ਬਤੀਤ ਹੋਇਆ ਜੀ, ਮੰਗਲਵਾਰ ਦੁਨੀਆ ਭਰ ਦੇ ਵਿੱਚ ਗੁਰੂ ਦੇ ਪਿਆਰਿਆਂ ਨੇ, ਗੁਰੂ ਜੀ ਦੇ ਸਿੱਖਾਂ ਨੇ ਤੀਜੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ ਮਨਾਇਆ ਜੀ। ਤੇ ਗੁਰੂ ਮਹਾਰਾਜ ਦਾ ਮੁੱਖ ਸਥਾਨ, ਭਾਵੇਂ ਮਹਾਰਾਜ ਸਾਹਿਬ ਜੀ ਦਾ ਜਨਮ ਸਥਾਨ ਬਾਸਰ ਕੇ ਪਿੰਡ ਹੈ ਜੀ। ਛਹਰਟੇ ਤੋਂ ਜਦੋਂ ਆਪਾਂ ਜਾਂਦੇ ਹਾਂ ਨਾ ਬੀੜ ਬਾਬਾ ਬੁੱਢਾ ਸਾਹਿਬ ਜੀ ਨੂੰ, ਇਸ ਰਸਤੇ ਕੁਝ ਕਿਲੋਮੀਟਰ 'ਤੇ ਜਿੱਥੇ ਗੁਰਦੁਆਰਾ ਸੰਨ ਸਾਹਿਬ ਆ ਜੀ, ਇਸ ਪਿੰਡ ਦਾ ਨਾਮ ਬਾਸਰ ਕੇ ਪਿੰਡ। ਇੱਥੇ ਤੀਜੇ ਪਾਤਸ਼ਾਹ ਮਹਾਰਾਜ ਜੀ ਨੇ ਅਵਤਾਰ ਧਾਰਿਆ ਜੀ। ਪਰ ਜਿਹੜਾ ਸਤਿਗੁਰੂ ਜੀ ਦਾ ਮੁੱਖ ਸਥਾਨ ਆ, ਉਹ ਸ੍ਰੀ ਗੋਇੰਦਵਾਲ ਸਾਹਿਬ ਹੈ ਜੀ। ਜਿਸ ਅਸਥਾਨ ਦਾ ਬਹੁਤ ਵੱਡਾ ਰਸ ਭਰਿਆ, ਸਿੱਖਿਆਦਾਇਕ ਤੇ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਨਾਲ ਭਰਿਆ ਹੋਇਆ ਇਤਿਹਾਸ ਆ ਸ੍ਰੀ ਗੋਇੰਦਵਾਲ ਸਾਹਿਬ ਜੀ ਦਾ।
जिथे पातशाह जी ने बहुत वड्डे वड्डे परोपकार कीते ते सिख पंथ दीयां बड़ियां वड्डियां वड्डियां मर्यादावां कायम कीतियां। इतिहास नूं पढ़ना सुनना बहुत जरूरी है जी, बहुत जरूरी है। जिथे महाराज साहब जी ने बहुत वड्डी मर्यादा दृढ़ कराई संगत ते पंगत दी। तीजे पातशाह जी का इतिहास बहुत ही बख्शिश भरिया इतिहास है। ते आप जी ने सवैयां दे विचों हुणे ही कीर्तन के रूप में सरवण किया। भट्ट साहिबान जिथे बहुत वड्डे विद्वान सन, उत्थे वो ब्रह्म ज्ञानी सन जी। धन गुरु ग्रंथ साहिब जी की बाणी में कोई कवियां की बाणी नहीं हैगी जी, वो पढ़े लिखे तो बड़े बड़े कवि सीगे, नहीं, वो ब्रह्म ज्ञानी सन ते परमेश्वर नाल अभेद सन जी। उन्हां महान ब्रह्म ज्ञानी उच्च कोटि के विद्वानां ने जो आके गुरु जी के घर विच वेखिया, जो उन्होंने माणिया, वो दुनिया के लोगों को दस रहे हैं जी। वो जी संसार नूं दस रहे हैं जी। भट्ट साहिबान जी, जालप भट्ट जी जिहड़े है ना जी, जालप भट्ट जी, उन्होंने इस वैया उचारिया गुरु महाराज की हजूरी दे विच जी। वो कहते गुर अमरदास परसी है, पोहम पातिक विनाश है। पोहम का अर्थ धरती है जी, पप्पे नूं औंकड़ हाहा ते मम्मे नूं सियारी, धरती है। जालप भट्ट जी कहते आ गुरु अमरदास साहब सच्चे पातशाह जी के चरणों के नाल जिसने स्पर्श कर लिया, जेड़ा गुरु जी के चरणों के नाल जुड़ गया, ऐस धरती ते जिउंदे होए कोलों जिन्ने भी पाप हो गए ना जी, बस गुरु अमरदास साहब जी के चरणों नाल जदों जुड़ गया सारे ही खत्म हो गए जी। ਉਹਦੇ गुरु अमरदास परसीए पोहम पातिक, पातिक का अर्थ हुंदा पाप, बड़े छोटे पाप जिन्ने भी हैं जी, विनाश है, खत्म हो गए जी। ਉਹਦੇ जी ये एडी वड्डी ताकत सच्चे पातशाह जी की। पाप तो बंदे का खैड़ा ही नहीं छड्डदे, जिहड़े एक बार हो जाते हैं ना जी, ये तो जन्मां दे जन्म बंदे का पिछा करते जी, खैड़ा नहीं छड्डदे जी। आखो गज के धन श्री गुरु अमरदास साहब जी, जिहड़ा सतगुरु जी के चरणों के नाल जुड़ गया जी, जिन्हें महाराज दे सच्चे पातशाह जी के दर्शन किए जी। गुरु अमरदास परसी है, पोहम पातिक विनाश है। एक अर्थ तो धरती हो गया, तो दूजा अर्थ इसदा बुद्धि भी बनता, बुद्धि, पोहम बुद्धि, बुद्धि नूं धरती आख्या गया जी। बुद्धि रूप धरती दे विच जिन्ने भी पाप इकट्ठे होए पे ना जन्मां जन्मां दे, हाँ जी, जन्मां जन्मां दे पाप इकट्ठे होए ने बुद्धि दे विच। जदों धन गुरु अमरदास साहब जी के चरणों नाल जुड़िया ते कीते दर्शन, एडी वड्डी सतगुर की ताकत, सारे पाप खत्म हो गए। ज्यों ज्यों तुसीं सतगुरु जी नाल प्यार करोगे, गुरु जी की संगत करोगे, गुरु जी के चरणों च बैठोगे ना, तो तुसीं अपनी जिंदगी च तजर्बा करके वेख लो, तुसीं माणोगे। तुसीं गुरु जी नाल प्यार करो, गुरु जी का ध्यान धारो। अज भी तुसीं गुरु साहब जी के चरणों ते सिर रख के स्पर्श कर सकते जे जी। महाराज सच्चे पातशाह जुगो जुग अटल है, बस सिख ने गुरु जी नाल प्रेम बनाना जी, प्रेम वधाउणा जी। गुरु अमरदास परसी है, पोहम पातिक विनाश है। गुरु अमरदास परसी है, सिद्ध साधक असस है। जेड़ा गुरु अमरदास साहब जी के चरणों के नाल जुड़िया, वड्डियां वड्डियां ताकतां भट्ट साहिबान कहते वो हाजिर हो गई जी। वड्डियां वड्डियां शक्तियां सिद्धियां जड़ियां सन ते सिद्धियां दे मालक आके हाजिर हो गए जी, हथ जोड़ के उसकी सेवा च हाजिर हो गए। दस बई गुरु दे प्यारिया,
ਅਸੀਂ ਤੇਰੇ ਕੋਲ ਹਾਜ਼ਰ ਹਾਂ, ਜਿੱਥੇ ਕਹੇ ਜਿੱਧਰ ਕਹੇ ਉੱਧਰ ਜਾਵਾਂਗੇ, ਜੋ ਆਖੀ ਉਹ ਕਰਾਂਗੇ ਜੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦਾ ਏਡਾ ਵੱਡਾ ਪ੍ਰਤਾਪ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ। ਪਉ ਕਹਿੰਦੇ ਪੈਂਡੇ ਨੂੰ ਜੀ। ਜ਼ਿੰਦਗੀ ਦਾ ਦੁੱਖਾਂ ਦਾ ਪੈਂਡਾ ਵੀ ਖਤਮ ਹੋ ਜਾਂਦਾ ਏ, ਤੇ ਮਰਨ ਤੋਂ ਬਾਅਦ ਜਿਹੜਾ ਬੜਾ ਲੰਮਾ ਪੈਂਡਾ ਦੱਸਿਆ ਨਾ ਜੀ ਬਾਣੀ ਵਿੱਚ, ਦੂਜੀ ਅਸ਼ਟਪਦੀ ਪੜ੍ਹਦੇ ਜੇ ਨਾ ਜੀ, ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਗਿਣੇ ਹੀ ਨਹੀਂ ਜਾਂਦੇ। ਤੇ ਫਿਰ ਉਹਦੇ ਬਾਰੇ ਦੱਸਿਆ ਵੀ ਉਹ ਬੜਾ ਭਿਆਨਕ ਆ। ਦਲਾਂ ਦੇ ਦਲ ਜਮਦੂਤਾਂ ਦੇ ਖੜੇ ਨੇ ਜੀ, ਬੜਾ ਘੁੱਪ ਹਨੇਰਾ ਜੀ, ਬੜਾ ਡਰਾਉਣਾ ਵਾਤਾਵਰਨ ਹੈ ਜੀ। ਹਾਂਜੀ, ਭੱਟ ਜੀ ਕਹਿੰਦੇ ਗੁਰ ਅਮਰਦਾਸ ਪਰਸੀਆ ਧਿਆਨ ਲਹੀਐ। ਸਾਵਧਾਨ ਹੋ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਯਾਦ ਕਰੀਏ, ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜੀਏ। ਕੀ ਹੋਏਗਾ? ਪਉ ਮੁਕਹੇ। ਦੁੱਖਾਂ ਦੇ ਤੇ ਜਮਾਂ ਦੇ ਮਾਰਗ ਦੇ ਪੈਂਡੇ ਜਿੰਨੇ ਸਭ ਖਤਮ ਹੋ ਜਾਣਗੇ। ਉਸ ਪਾਸੇ ਜਾਣਾ ਹੀ ਨਹੀਂ ਪਏਗਾ ਜੀ। ਜ਼ਿੰਦਗੀ ਦੇ ਵਿੱਚ ਵੀ ਦੁੱਖਾਂ ਦਾ ਜਿਹੜਾ ਮਾਰਗ ਹੈ, ਰਸਤਾ, ਇਹ ਵੀ ਖਤਮ ਹੋ ਜਾਏਗਾ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹੈ। ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁਕੈ। ਅਭਉ ਪਦਵੀ ਵੇਖੋ, ਸਾਰੀ ਜ਼ਿੰਦਗੀ ਆਪਾਂ ਕਿਸੇ ਨਾ ਕਿਸੇ ਗੱਲ ਦਾ ਸਾਨੂੰ ਡਰ ਬਣਿਆ ਹੀ ਰਹਿੰਦਾ ਜੀ। ਸੰਸਾਰ ਦੀ ਬਣਤਰੀ ਇਸ ਤਰ੍ਹਾਂ ਦੀ ਹੈ ਜੀ, ਕੋਈ ਨਾ ਕੋਈ ਡਰ ਕਿਸੇ ਨਾ ਕਿਸੇ ਪਾਸਿਓਂ ਪੈਦਾ ਹੋਇਆ ਹੀ ਰਹਿੰਦਾ ਜੀ। ਆਦਮੀ ਘਬਰਾਇਆ ਹੀ ਰਹਿੰਦਾ, ਆਹ ਨਾ ਹੋ ਜੇ, ਉਹ ਨਾ ਹੋ ਜੇ। ਭੱਟ ਜੀ ਕਹਿੰਦੇ ਮੈਂ ਤੁਹਾਨੂੰ ਬੜੀ ਵਧੀਆ ਗੱਲ ਦੱਸਦਾ, ਤੁਸੀਂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਜਾਓ, ਤੁਹਾਨੂੰ ਅਭਉ ਪਦਵੀ ਪ੍ਰਾਪਤ ਹੋ ਜਾਏਗੀ। ਭਾਵ ਕੋਈ ਡਰ ਨਹੀਂ ਤੁਹਾਨੂੰ ਰਹੇਗਾ, ਕੋਈ ਖਤਰਾ ਨਹੀਂ ਰਹੇਗਾ, ਤੇ ਗਉ ਆਵਾਗਮਨ ਵੀ ਸਾਰਾ ਮੁੱਕ ਜਾਏਗਾ ਜੀ। ਆਵਾਗਮਨ ਦਾ ਵੀ ਬੜਾ ਡਰ ਹੈਗਾ ਜੀ, ਇਹ ਵੀ ਬੜੀ ਖਤਰੇ ਵਾਲੀ ਗੱਲ ਹੈਗੀ ਹੈ ਜੀ। ਜੰਮੀ ਜਾਣਾ ਮਰੀ ਜਾਣਾ, ਜੰਮੀ ਜਾਣਾ ਮਰੀ ਜਾਣਾ, ਸਾਰੇ ਦੇ ਸਾਰੇ ਖਤਰੇ ਭੱਟ ਜੀ ਕਹਿੰਦੇ ਦੂਰ ਹੋ ਜਾਣਗੇ ਜੀ। ਇੱਕ ਬਿਨ ਦੁੱਗਣ ਜੋ ਤਉ ਰਹੈ, ਜਾ ਸੋ ਮੰਤਰ ਮਾਨ ਮਹਿ ਲਹੈ। ਦੁਵੈਤ ਤੋਂ ਰਹਿਤ, ਦੁਬਦਾ ਤੋਂ ਰਹਿਤ, ਮਾਇਆ ਦੇ ਪ੍ਰਭਾਵ ਤੋਂ ਰਹਿਤ, ਕਰਤਾ ਪੁਰਖ ਪਰਮੇਸ਼ਰ ਜੋ ਹੈ, ਉਸ ਵਾਹਿਗੁਰੂ ਅਕਾਲ ਪੁਰਖ ਦੇ ਸਿਮਰਨ ਦਾ ਉਪਦੇਸ਼ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਕੋਲੋਂ ਲੈ ਲਿਆ, ਉਹਨਾਂ ਨੂੰ ਸਾਰੀਆਂ ਦਾਤਾਂ ਪ੍ਰਾਪਤ ਹੋ ਗਈਆਂ। ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੇ ਮਿਲੇ। ਜਿਨ੍ਹਾਂ ਨੇ ਸਤਿਗੁਰ ਦਾ ਦਰਸ਼ਨ ਕੀਤਾ, ਇਹ ਸਾਰੇ ਪਦਾਰਥ ਉਹਨਾਂ ਨੂੰ ਪ੍ਰਾਪਤ ਹੋ ਗਏ, ਮਿਲ ਗਏ। ਅੱਜ ਹੁਣ ਕੋਈ ਆਖੇ ਵੀ ਮੈਂ ਗੁਰੂ ਅਮਰਦਾਸ ਸਾਹਿਬ ਜੀ ਦੇ ਕਿਸ ਤਰ੍ਹਾਂ ਦਰਸ਼ਨ ਕਰਾਂ ਜੀ, ਤਾਂ ਤੁਹਾਡੇ ਸਾਹਮਣੇ ਹੀ ਆ, ਬਾਣੀ ਗੁਰੂ, ਗੁਰੂ ਹੈ ਬਾਣੀ। ਬਸ ਇੱਥੇ ਸਾਵਧਾਨ ਹੋਣਾ ਤੇ ਅੰਦਰ ਭਾਵਨਾ ਬਣਾਉਣੀ ਹੈ ਜੀ। ਸਾਵਧਾਨੀ ਦੀ ਬੜੀ ਲੋੜ ਹੈ, ਭਾਵਨਾ ਦੀ ਬੜੀ ਲੋੜ ਹੈ, ਤੇ ਪ੍ਰੇਮ ਵਾਲਿਆਂ ਨੂੰ ਇਹ ਪ੍ਰਾਪਤੀ ਹੁੰਦੀ ਹੈ ਜੀ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਇਹ ਬਚਨ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਵੇਖੋ ਇੱਕ ਪੰਕਤੀ 'ਚ 3 ਵਾਰ ਬਾਣੀ ਸ਼ਬਦ ਵਰਤਿਆ ਮਹਾਰਾਜ ਨੇ। ਇਸ ਦੁਨੀਆ ਵਿੱਚ, ਸੰਸਾਰ ਦੇ ਵਿੱਚ ਤੀਜੀ ਵਾਰ ਜਿਹੜਾ ਬਚਨ ਹੋ ਜਾਂਦਾ, ਉਹ ਅਖੀਰਲਾ ਬਚਨ ਹੈ ਜੀ। ਹਾਂਜੀ, ਸੰਪੂਰਨਤਾਈ ਵਾਲਾ, ਜਿਹ 'ਚ ਕੋਈ ਵੀ ਕਮੀ ਨਹੀਂ ਹੈਗੀ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇੱਥੋਂ ਜੀਵਨ ਮਿਲਣਾ ਜੀ। ਅਸਲੀ ਜੀਵਨ ਜਿਹੜਾ, ਇਹ ਗੁਰਬਾਣੀ ਰਾਹੀਂ ਪ੍ਰਾਪਤ ਹੋਣਾ ਬੰਦੇ ਨੂੰ ਜੀ। ਦੂਜਾ ਜੀਵਨ ਤੇ ਵੇਖੋ ਜੀ, ਲੈਣੇ ਦੇਣ ਦਾ ਜੀਵਨ ਹੈਗਾ ਜੀ। ਹਾਂਜੀ, ਲੇਖੇ ਦੇਣੇ ਜਾਂ ਲੈਣੇ ਨੇ ਜੀ। ਜਿਹੜਾ ਅਸਲੀ ਜੀਵਨ ਹੈ ਨਾ, ਜਿਹਦੇ 'ਚ ਮੁੜ ਕੇ ਖਤਰਾ ਹੀ ਕੋਈ ਨਹੀਂ ਹੈਗਾ, ਉਹ ਇਸ ਗੁਰੂ ਦੇ ਕੋਲੋਂ ਮਿਲਣਾ ਜੀ। ਤੇ ਚੌਥੇ ਪਾਤਸ਼ਾਹ ਮਹਾਰਾਜ ਕਹਿੰਦੇ, ਸਿੱਖਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜਥੇਦਾਰ ਜੀ ਹੁਣੀ ਕੀ ਕਰ ਰਹੇ ਨੇ? ਜਥੇਦਾਰ ਜੀ
ਜਥੇਦਾਰ ਬਣਨਾ ਸੌਖਾ। ਹਾਂਜੀ, ਤੇ ਕੀ ਕਰ ਰਹੇ ਤੁਸੀਂ, ਇੰਨਾ ਦਲਿੱਦਰ ਪਾ ਰਹੇ, ਸਾਵਧਾਨ ਹੋਵੋ। ਜਦੋਂ ਕੋਈ ਜਥੇਦਾਰ ਆਂਦਾ ਤਾਂ ਐਡੇ ਮੋਟੇ ਹੋ ਜਾਂਦੇ ਜੀ ਵੀ ਮੈਂ ਜਥੇਦਾਰ ਹਾਂ, ਤੇ ਉਹ ਕਾਹਦਾ ਜਥੇਦਾਰ ਜਿਹੜਾ ਕੀਰਤਨ 'ਚ ਝੋਕਾਂ ਲਾਵੇ ਜੀ, ਹੈ ਨਕਲੀ ਹੈ ਨਾ। ਫਿਰ ਸਾਵਧਾਨ ਹੋ, ਲਾਗੇ ਦੂਜਿਆਂ ਵਾਸਤੇ ਵੀ ਤੂੰ ਖਲਾਰਾ ਪਾਇਆ ਪਿਆ ਹੈ। ਆਖੋ ਸਾਰੇ ਗੱਜ ਕੇ ਸ੍ਰੀ ਵਾਹਿਗੁਰੂ, ਫਿਰ ਆਖੋ ਸਾਰੇ ਸ੍ਰੀ ਵਾਹਿਗੁਰੂ। ਤੇਰੇ ਵਰਗੇ ਜਥੇਦਾਰਾਂ ਦੀ ਤਾਂ ਅੱਗੇ ਹੀ ਨਹੀਂ ਘਾਟ ਹੈਗੀ ਇੱਥੇ। ਹਾਂਜੀ, ਅੱਗੇ ਇੰਨੇ ਹੋਏ ਪਏ ਵੀ ਕੰਨਾਂ ਨੂੰ ਹੱਥ ਲੱਗੇ ਪਏ ਨੇ। ਤੇ ਮਹਾਰਾਜ ਮਿਹਰ ਕਰਨ, ਸਾਵਧਾਨੀ ਵਾਲਾ ਜਥੇਦਾਰ। ਆਖੋ ਗੱਜ ਕੇ ਸਾਰੇ ਸ੍ਰੀ ਵਾਹਿਗੁਰੂ ਜੀ, ਫਿਰ ਆਖੋ ਸਾਰੇ ਸ੍ਰੀ ਵਾਹਿਗੁਰੂ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਅੱਗੇ ਫਿਰ ਬਿਮਾਰੀ ਨੇ ਕਸਰ ਨਹੀਂ ਰਹਿਣ ਦਿੱਤੀ, ਗੱਲ ਨੂੰ ਪੂਰੀਆਂ ਕਰਦੇ ਹਾਂ। ਹਾਂਜੀ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਤਰ੍ਹਾਂ ਦਰਸ਼ਨ ਹੋਣੇ ਜੇ ਇੱਥੋਂ ਫਿਰ ਪ੍ਰਤੱਖ ਦਰਸ਼ਨ ਹੋਣੇ ਜੀ। 10 ਪਾਤਸ਼ਾਹੀਆਂ ਵਿੱਚੋਂ ਜਿਹਦੇ ਮਰਜ਼ੀ ਦਰਸ਼ਨ ਕਰ ਲਓ, ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ। ਇਹ ਮੰਨ ਕੇ ਆ ਸਾਰਾ ਕੁਝ ਕਰਕੇ ਜੀ। ਹਾਂਜੀ, ਗੁਰਬਾਣੀ ਤੁਸੀਂ ਪੜ੍ਹੋ ਪ੍ਰੇਮ ਦੇ ਨਾਲ, ਗੁਰਬਾਣੀ ਤੁਹਾਨੂੰ ਤੋਰ ਕੇ ਐ ਟਿਕਾਣੇ ਲੈ ਆਉਂਦੀ ਹੈ ਜੀ, ਟਿਕਾਣੇ ਲੈ ਆਉਂਦੀ ਹੈ ਜੀ। ਪਹਿਲੀ ਗੱਲ ਤੇ ਅਸੀਂ ਬਾਣੀ ਪੜ੍ਹਨੀ ਸਿੱਖਦੇ ਹੀ ਨਹੀਂ ਜੀ, ਤੇ ਜੇ ਕੋਈ ਸਿੱਖ ਲੈਂਦਾ ਉਹ ਧੰਦਾ ਬਣਾ ਲੈਂਦਾ ਜੀ। ਉਹ ਧੰਦਾ ਉੱਥੇ ਕਿ ਫਸਿਆ ਰਹਿੰਦਾ। ਪਾਠੀ ਦਿਨ ਰਾਤ ਬਾਹਰ ਲੱਗੇ ਪਾਠ ਕਰਨ ਨੂੰ, ਪੈਸੇ ਇਕੱਠੇ ਕਰਨ ਨੂੰ, ਰਾਗੀ ਆਪਣੇ ਕੰਮ ਲੱਗੇ ਪੈਸੇ ਇਕੱਠੇ ਕਰਨ ਨੂੰ, ਗਿਆਨੀ ਜੀ ਉਹਨੇ ਕਥਾ ਸੁਣਾ ਆਪਣੀ ਫੀਸ ਰੱਖੀ ਹੈ ਜੀ। ਹਾਂਜੀ, ਉਹ ਜਿਹੜੀ ਦਾਤ ਲੈਣੀ ਹੈ ਨਾ ਜੀ, ਉੱਧਰ ਤੇ ਫਿਰ ਕੋਈ ਵਿਰਲਾ ਹੀ ਆਉਂਦਾ ਜੀ, ਵਿਰਲਾ ਹੀ ਕੋਈ ਆਉਂਦਾ। ਗੌੜੀ ਗੁਆਰੇ ਦੀ ਮਹੱਲਾ ਤੀਜਾ, ਜਿੰਨਾ ਗੁਰਮੁਖ ਧਿਆਇਆ ਤੈਨ ਪੁੱਛੋ ਜਾਏ, ਗੁਰ ਸੇਵਾ ਤੇ ਮਨ ਪਤੀ ਆਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮਨ ਵਿੱਚ ਭਰੋਸਾ ਹੀ ਉਦੋਂ ਆਉਣਾ ਹੈ ਜਦੋਂ ਸੇਵਾ ਕਰ ਕਰਕੇ ਗੁਰੂ ਦੀਆਂ ਖੁਸ਼ੀਆਂ ਲੈ ਲੈਂਗਾ। ਮਾਰੇ ਕਹਿੰਦੇ ਸੇਵਾ ਕਰਕੇ ਜਦੋਂ ਗੁਰੂ ਜੀ ਦੀਆਂ ਖੁਸ਼ੀਆਂ ਲੈ ਲੇਗਾ ਸਿੱਖਾ, ਤੇਰੇ ਮਨ ਵਿੱਚ ਭਰੋਸਾ ਆ ਜਾਏਗਾ। ਤੇਰਾ ਮਨ ਜਿਹੜਾ ਸਿਦਕੀ ਬਣ ਜਾਏਗਾ, ਤੇਰਾ ਮਨ ਪ੍ਰੇਮੀ ਬਣ ਜਾਏਗਾ। ਮਾਰੇ ਕਹਿੰਦੇ ਜਿਨ੍ਹਾਂ ਕੀਤਾ ਪੁੱਛ ਜਾ ਕੇ ਉਹਨਾਂ ਨੂੰ, ਜਿਨ੍ਹਾਂ ਨੇ ਇਸ ਤਰ੍ਹਾਂ ਕੀਤਾ ਪੁੱਛ ਜਾ ਕੇ ਉਹਨਾਂ ਨੂੰ। ਜਿਨ੍ਹਾਂ ਗੁਰਮੁਖ ਧਿਆਇਆ ਤੈਨ ਪੁੱਛ ਹੋ ਜਾਏ, ਜਾ ਕੇ ਪੁੱਛ ਤਾਂ ਸਹੀ ਕਿਸ ਤਰ੍ਹਾਂ ਪ੍ਰਾਪਤੀਆਂ ਹੋਈਆਂ ਉਹਨਾਂ ਨੂੰ ਜੀ। ਡੱਲੇ ਪਿੰਡ ਦਾ ਵਾਸੀ ਬ੍ਰਹਮ ਗਿਆਨੀ ਭਾਈ ਪਾਰੋ, ਬੜੀ ਉੱਚੀ ਅਵਸਥਾ ਵਾਲਾ, ਇੰਨਾ ਨਾਮ ਦਾ ਅਭਿਆਸ ਭਾਈ ਪਾਰੋ ਜੀ ਦਾ। ਭਾਈ ਪਾਰੋ ਜੀ ਨੇ ਡੱਲੇ ਪਿੰਡ ਤੋਂ ਘੋੜੀ 'ਤੇ ਅਸਵਾਰ ਹੋ ਕੇ, ਵੇਖ ਲਓ ਸੁਲਤਾਨਪੁਰ ਤੋਂ ਕਈ ਕਿਲੋਮੀਟਰ ਪਰੇ ਜੇ ਡੱਲਾ ਪਿੰਡ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਪਹਿਲਾ ਜਿਹੜਾ ਵਿਆਹ ਦਾ ਕਾਰਜ ਡੱਲੇ ਪਿੰਡ ਹੋਇਆ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੰਝ ਅੰਮ੍ਰਿਤਸਰ ਤੋਂ ਚੱਲੀ, ਗੋਇੰਦਵਾਲ ਸਾਹਿਬ ਉਤਾਰਾ ਕੀਤਾ ਜੀ, ਫਿਰ ਸੁਲਤਾਨਪੁਰ ਸਾਹਿਬ ਉਤਾਰਾ ਕੀਤਾ, ਫਿਰ ਡੱਲੇ ਪਹੁੰਚੇ ਜੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਛੇਵੇਂ ਪਾਤਸ਼ਾਹ ਜੀ ਦਾ ਸਹੁਰਾ ਪਿੰਡ ਹੈ। ਪਰ ਇਸ ਤੋਂ ਪਹਿਲਾਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਇੱਕ ਇਹੋ ਜਿਹਾ ਪਿੰਡ ਦੁਨੀਆ ਦੇ ਵਿੱਚ ਸ਼ਾਇਦ ਇੱਕੋ ਹੀ ਪਿੰਡ ਹੋਏਗਾ ਜਿੱਥੇ ਇੱਕੇ ਸਮੇਂ 72 ਬ੍ਰਹਮ ਗਿਆਨੀ ਸਨ ਜੀ। ਇਹਨੇ ਸਨ ਇੱਕੇ ਸਮੇਂ ਸਿੱਖੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਪ੍ਰਾਪਤ ਕੀਤੀ। ਸੰਪੂਰਨਤਾ ਹੀ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਜੀਵਨ ਵਿੱਚ ਹੋਈ। ਲੱਗੇ ਰਹੇ। ਇੱਕੋ ਸਮੇਂ 72 ਬ੍ਰਹਮ ਗਿਆਨੀ ਸਿੱਖ ਭਾਈ ਡੱਲੇ ਪਿੰਡ ਵਿੱਚ। ਹਾਂਜੀ, ਜਿੱਥੇ ਗੁਰੂ ਜੀ ਧੰਨ, ਗੁਰੂ ਜੀ ਦੇ ਸਿੱਖ ਸੇਵਕ ਧੰਨ। ਹਾਂਜੀ, ਉੱਥੇ ਮੈਂ ਤੁਹਾਨੂੰ ਦੂਜੇ ਰੂਪ ਵਿੱਚ ਧੰਨ ਤਾਂ ਨਹੀਂ ਆਖਾਂਗਾ, ਜਿਸ ਰੂਪ ਵਿੱਚ ਮੈਂ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੇ ਸੇਵਕਾਂ ਨੂੰ ਧੰਨ ਆਖਿਆ, ਤੁਹਾਨੂੰ ਮੈਂ ਇਸ ਰੂਪ ਵਿੱਚ ਧੰਨ ਆਖਾਂਗਾ ਵੀ ਤੁਸੀਂ ਵੀ ਧੰਨ ਜੇ ਜਿਨ੍ਹਾਂ ਨੇ ਇਹੋ ਜਿਹੇ ਸਥਾਨਾਂ ਦੇ ਅਜੇ ਦਰਸ਼ਨ ਹੀ ਨਹੀਂ ਕੀਤੇ ਜੀ। ਜਾ ਕੇ ਜੀ ਧੰਨ ਜੇ ਨਾ, ਤੁਸੀਂ ਵੀ ਬੋਲਦੇ ਨਹੀਂ ਗੇ, ਧੰਨ ਜੇ ਨਾ। ਭਈ ਕੋਈ ਦੂਰ ਨਹੀਂ, ਕਾਰਾਂ ਤੁਹਾਡੇ ਕੋਲ, ਗੱਡੀਆਂ ਮੋਟਰਾਂ ਤੁਹਾਡੇ ਕੋਲ ਹੈ,
हाँ जी, टुट्टा जिहा रिश्तेदार का कोई सुनेहा आ जाए भी उन्होंने 6 दिन हो गए ताप चढ़िया तो उन्हें रोटी नहीं खाधी तो भज्जे जाते जी उहदे कोल जी। हाँ जी, माड़ा मोड़ गया छोटा मोटा जा टुट्टा भज्जा जा कोई विआह सगन आ जाए 8-8 10-10 दिन तो ही ला देंगे लीड़े कपड़े खरीदते तो उत्थे जाते। पर किन्नी वार तुसां सुनिया होएगा धन जे तुसीं जिन्हां ने अजे इहो जे स्थान दे भी जाके दर्शन नहीं कीते। ये मैं व्यंग च तुहानूं धन आखण डिया, उंज नहीं धन आखण डिया जी। तो तां चुभवीं गल करन डिया भी तुहाडा इरादा बन जाए भी जरूर दर्शन करके आइए जी। जिथे सच्चे पातशाह जी की एड्डी वड्डी बख्शिश होई मेहर होई फिर साडे गुरु जी का विआह आनंद कारज उत्थे होया जी। हाँ जी, बड़ा भागां वाला नगर। मैं बाबा जगजीत सिंह जी होनी मैनूं कहण लगे भी तुहानूं लैके जाना। मैं जी जरूर, मैं तो अगे तरसन डिया इस स्थान के दर्शन करने। हाँ जी, भाई पारो साहिब जी डल्ले तो छेवें महाराज गुरु अमरदास साहिब जी के दर्शनों नूं आउंदे आ। इन्नी वड्डी अवस्था तो इन्ना वड्डा जप तप भाई पारो जी की घोड़ी जिहड़ी है ना जी वो थले पैर ही नहीं लगते, हवा च उड्डदी आउंदी है जी। भाई पारो जी कोई करामात नहीं विखा रहे, आपे ही वरत रही है जी। नाम दियां करामातां आपे ही वरतन लग पैंदियां ने जी। जिथे बहुत वड्डे अभ्यास ने बहुत वड्डा जप तप सिमरना अभेद होए पे ने उत्थे आपे ही वरती जांदा जी सारा कुछ। मुसलमान नवाब अपने फौजियां साथियों के नाल दरिया पार करने वास्ते बैठा सी। हैरान हो गया वेख के जदों उन्हें वेख्या दरिया के उत्तों की घोड़ी जिहड़ी है हाँ जी पिछों भी उड्डदी आ रही उत्तों की उड़ के अगे लंघ गई जी। उन्हें फिर कोशिश की कि मैं इन्हां नूं मिलना जी। जदों किसी के मन में किसी को मिलन की भावना बन जाती है वो खिच फिर उन्होंने मिला देंदी। भाई पारो जी नाल मेला आया, वो कहन लगा जी मैं भावें नवाब हाँ पर मेरे अंदर खुदा की खिच है, खुदा नूं मिलन की चाहत इच्छा है। भावें मुसलमानी मत जिहड़ा वो कट्टड़वादी है शरावादी है इन्हां गल्लां दी इजाजत नहीं देंदा। पर भाई साहब जी तुहानूं वेख के मैनूं ऐ लगा भी मैं खुदा दे दर्शन कर लिया, खुदा वेख लिया जी। ये सच है जी, सच है। गुरबाणी विच महाराज दे बचन ने जो प्राणी निस दिन भजै रूप राम तह जान, हर जन हर अंतर नहीं नानक साची मान। जिन्हें प्राप्ति करनी उसकी भावना बड़ी वड्डी बन जाती जे, जिन्हें प्राप्ति नहीं करनी उसकी भावना नहीं बनती। भावना पुन्ना दे नाल बनती है जी। जिहदे पुन्न बड़े प्रबल ने जी उसकी भावना भी बड़ी पक्की होएगी, ते जिहदे पुन्न कमज़ोर ने उसकी भावना भी डावाडोल जी होएगी। धर्म का मार्ग ही इस तरह का है, गुरु घर है ही इस तरह का। श्रद्धालु को सब कुछ है। मारे कहते भी शरधा वाले वास्ते तो गुरु के घर सब कुछ जे होए अशरदक कशु न लहे। जिहदे अंदर शरधा नहीं हैगी उन्होंने कख नहीं जे मिलना जी, कुछ नहीं मिलना उन्होंने। तो शरधा तो हुण पुन्ना दे नाल ही बननी है जी। जिन्नी सेवा ज़्यादा की है, जिन्हें भले काम ज़्यादा किए ने, पुन्न ज़्यादा, उन्नी शरधा ज़्यादा बनी रहनी है। हाँ जी, अंदर भावना डोल बनी रहनी है। हाँ जी, बोल का तरीका बड़ा वधिया रहना जी। मैं भगत जी महाराज के कोल बैठा गुरवाली, तो भगत जी कहन लगे हे सच्चे पातशाह श्री गुरु नानक देव साहब महाराज जी सानू बख्श लो। धन गुरु नानक देव साहब जी सानू कृपा करके बख्श लो। धन गुरु नानक देव साहब सच्चे पातशाह दासां नूं आप दे बना के रखो। धन गुरु नानक देव साहब सच्चे पातशाह साडे गरीबां दे पड़दे टको। बड़े प्यार नाल बोलन, मैं लागे बैठा तो हुण बड़े लम्मे समय तो महाराज ने महापुरखों की संगत बख्शी।
ਗੁਰੂ ਘਰ ਦੇ ਵਿੱਚ ਰਹਿਣ ਦਾ, ਮਹਾਨ ਮਹਾਂਪੁਰਖਾਂ ਦੇ ਚਰਨਾਂ 'ਚ ਰਹਿਣ ਦਾ ਮੌਕਾ ਮਿਲਿਆ। ਮਹਾਰਾਜ ਨੇ ਭਾਵਨਾ ਬਖਸ਼ੀ ਸੀ ਤੇ ਮੈਂ ਹੱਥ ਜੋੜ ਕੇ ਆਖਿਆ, ਮੈਂ ਕਿਹਾ ਮਹਾਰਾਜ ਜੀ ਮੈਂ ਗਰੀਬ ਨੇ, ਤੇ ਮੈਂ ਆਖਿਆ ਗੁਰੂ ਨਾਨਕ ਸਾਹਿਬ ਵੇਖੇ ਨਹੀਂਗੇ ਜੀ, ਪਰ ਮੈਂ ਕਿਹਾ ਮੇਰਾ ਮਨ ਆਵਾਜ਼ ਦਿੰਦਾ ਵੀ ਤੁਸੀਂ ਗੁਰੂ ਨਾਨਕ ਸਾਹਿਬ ਦੇ। ਜਦੋਂ ਇੰਨੀ ਗੱਲ ਮੈਂ ਕਹੀ ਤੇ ਭਗਤ ਜੀ ਦੇ ਅੱਖਾਂ 'ਚੋਂ ਮੋਟੇ ਮੋਟੇ ਅਥਰੂ ਵਗੇ ਜੀ। ਤੌਲੀਏ ਦੇ ਨਾਲ ਉਹਨਾਂ ਨੇ ਪੂੰਝੇ ਤੇ ਪੂੰਝ ਕੇ ਮੈਨੂੰ ਕਹਿਣ ਲੱਗੇ, ਸੰਤ ਜੀ ਗੁਰੂ ਨਾਨਕ ਦੇਵ ਸਾਹਿਬ ਤੇ ਗੁਰੂ ਨਾਨਕ ਦੇਵ ਸਾਹਿਬ ਹੀ ਆ, ਹੋਰ ਕੋਈ ਗੁਰੂ ਨਾਨਕ ਸਾਹਿਬ ਨਹੀਂ ਬਣ ਸਕਦਾ, ਪਰ ਤੁਹਾਡੀ ਭਾਵਨਾ ਨੂੰ ਸੱਚੇ ਪਾਤਸ਼ਾਹ ਭਾਗ ਲਾਉਣ, ਤੁਹਾਡੀਆਂ ਚੜ੍ਹਦੀਆਂ ਕਲਾ ਹੋਣ। ਕਹਿਣ ਲੱਗੇ ਤੁਹਾਡੀਆਂ ਚੜ੍ਹਦੀਆਂ ਕਲਾ ਹੋਣ। ਭਾਵਨਾ ਬੰਦੇ ਨੂੰ ਬਹੁਤ ਕੁਝ ਦਵਾਉਂਦੀ ਆ। ਸ਼ੰਕਾਵਾਦੀ ਦੁਬਦਾ ਵਿੱਚ ਪਿਆ, ਕੁਝ ਦਾ ਕੁਝ ਸੋਚੀ ਜਾਂਦਾ, ਕੱਚੀਆਂ ਪਿੱਲੀਆਂ ਗੱਲਾਂ ਕਰੀ ਜਾਂਦਾ, ਤੇ ਉਸ ਬੰਦੇ ਦੇ ਪੱਲੇ ਕੁਝ ਨਹੀਂ ਪੈਂਦਾ ਜੀ। ਭਾਈ ਪਾਰੋ ਜੀ ਨੂੰ ਨਵਾਬ ਮਿਲਿਆ ਤੇ ਕਹਿੰਦਾ ਮੈਂ ਖੁਦਾ ਵੇਖ ਲਿਆ। ਭਾਈ ਜੀ ਤੁਸੀਂ ਖੁਦਾ ਦਾ ਰੂਪ ਜੇ, ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਜੋ ਕੁਝ ਮੈਂ ਵੇਖਿਆ। ਭਾਈ ਜੀ ਕਹਿਣ ਲੱਗੇ ਮੈਂ ਤਾਂ ਖੁਦਾ ਦੇ ਚਰਨਾਂ ਦਾ ਦਾਸ ਹਾਂ। ਉਹਨੇ ਆਖਿਆ ਜੀ ਕਿੱਧਰ ਜਾਂਦੇ ਜੇ? ਉਹ ਕਹਿਣ ਲੱਗੇ ਸਾਡਾ ਰੱਬ ਗੋਇੰਦਵਾਲ ਸਾਹਿਬ ਰਹਿੰਦਾ, ਸਾਡਾ ਮਾਲਕ ਸੱਚਾ ਪਾਤਸ਼ਾਹ ਗਰੀਬ ਨਵਾਜ ਗੋਇੰਦਵਾਲ ਸਾਹਿਬ ਹੈ, ਮੈਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਰੋਜ਼ ਜਾਂਦਾ। ਉਹਨੇ ਹਜੇ ਮੈਨੂੰ ਤਾਂ ਤੁਸੀਂ ਖੁਦਾ ਨਜ਼ਰ ਆ ਰਹੇ ਹੋ। ਉਹਨੇ ਆਖਿਆ ਨਹੀਂ, ਮੈਂ ਤਾਂ ਉਹਨਾਂ ਦੇ ਚਰਨਾਂ ਦਾ ਦਾਸ ਹਾਂ। ਕਹਿਣ ਲੱਗੇ ਫਿਰ ਮੈਨੂੰ ਵੀ ਨਾਲ ਲੈ ਚਲੋ, ਮੈਨੂੰ ਵੀ ਉਸ ਖੁਦਾ ਦੇ ਦਰਸ਼ਨ ਕਰਵਾਓ। ਭਾਈ ਪਾਰੋ ਜੀ ਉਸ ਨਵਾਬ ਮੁਸਲਮਾਨ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਲੈ ਕੇ ਆਏ। ਇੱਥੋਂ ਇਹ ਗੱਲ ਸਮਝਣੀ ਚਾਹੀਦੀ ਆ, ਸਿੱਖ ਕਿੰਨਾ ਵੀ ਮਹਾਨ ਬਣ ਜਾਵੇ, ਕਿੰਨੀ ਤਾਕਤ ਦਾ ਮਾਲਕ ਬਣ ਜਾਵੇ, ਗੁਰੂ ਦੀ ਕਿਰਪਾ ਦੇ ਨਾਲ ਅਸਲੀ ਸਿੱਖ ਕਦੇ ਵੀ ਕਿਸੇ ਨੂੰ ਆਪਣੇ ਨਾਲ ਨਹੀਂ ਜੋੜੇਗਾ ਜੀ, ਕਦੇ ਨਹੀਂ ਆਪਣੇ ਨਾਲ ਜੋੜੇਗਾ। ਉਹ ਸਿੱਧਾ ਗੁਰੂ ਦੇ ਚਰਨਾਂ 'ਚ ਲੈ ਕੇ ਆਏਗਾ ਜੀ ਉਹਨੂੰ, ਵੀ ਚੱਲ ਵੀ ਪਿਆਰਿਆ, ਜੇ ਤੇਰੀ ਭਾਵਨਾ ਬਣੀ ਆ, ਜਿੱਥੋਂ ਮੈਨੂੰ ਮਿਲਿਆ ਮੈਂ ਤੈਨੂੰ ਉੱਥੇ ਲੈ ਚੱਲਦਾ ਜੀ। ਭਾਈ ਪਾਰੋ ਜੀ ਕਿ ਇਹੋ ਜਿਹੇ ਸਿੱਖ ਹੋਏ ਨੇ ਜਿਨ੍ਹਾਂ ਨੂੰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ, ਭਾਈ ਜੀ ਅਸੀਂ ਤੁਹਾਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ 'ਤੇ ਬਿਠਾਉਣਾ ਚਾਹੁੰਦੇ ਹਾਂ ਜੀ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਇਹ ਬਚਨ ਕੀਤਾ, ਭਾਈ ਪਾਰੋ ਤੂੰ ਯੋਗ ਹੈ, ਤੇਰੀ ਅਵਸਥਾ ਬੜੀ ਉੱਚੀ, ਤੂੰ ਪਰਮਹੰਸ ਹੈ। ਭਾਈ ਪਾਰੋ ਸਾਡਾ ਫੁਰਨਾ ਤੈਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ 'ਤੇ ਬਿਠਾਈਏ। ਭਾਈ ਪਾਰੋ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜਿਹੜਾ ਆਨੰਦ ਸਿੱਖੀ ਵਿੱਚ ਆ ਨਾ, ਇਹ ਵੀ ਬੜਾ ਕਹਿਣ ਲੱਗੇ ਮਹਾਨ ਆ। ਜੇ ਮੇਰੇ ਉੱਤੇ ਤੁਸੀਂ ਖੁਸ਼ ਪ੍ਰਸੰਨ ਹੋ ਨਾ, ਤੇ ਮੈਨੂੰ ਆਪਣਾ ਸਿੱਖ ਬਣਾ ਕੇ ਰੱਖੋ ਸੱਚੇ ਪਾਤਸ਼ਾਹ, ਮੈਨੂੰ ਆਪਣਾ ਸਿੱਖ ਬਣਾ ਕੇ ਰੱਖੋ। ਮੇਰਾ ਕਹਿਣ ਦਾ ਭਾਵ ਭਾਈ ਪਾਰੋ ਸਾਹਿਬ ਏਡੀ ਅਵਸਥਾ ਦੇ ਮਾਲਕ ਸਨ। ਮਹਾਰਾਜ ਉਹਨਾਂ ਨੂੰ ਕਹਿੰਦੇ ਅਸੀਂ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ 'ਤੇ ਬਿਠਾਉਣਾ ਚਾਹੁੰਦੇ ਹਾਂ। ਤੇ ਅੱਗੇ ਉਹ ਕਹਿਣ ਲੱਗੇ ਨਹੀਂ ਮਹਾਰਾਜ, ਮੈਂ ਤੇ ਮੇਰੇ ਕਿਰਪਾ ਕਰੋ, ਜੇ ਮੇਰੇ ਉੱਤੇ ਖੁਸ਼ ਹੋ ਨਾ ਤੇ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਮਹਾਰਾਜ। ਇਹੋ ਜਿਹੇ ਮਹਾਨ ਸਿੱਖ ਭਾਈ ਡੱਲੇ ਪਿੰਡ ਦੇ ਰਹਿਣ ਵਾਲੇ ਜੀ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ, ਕਿੰਨਿਆਂ ਕੁ ਨੂੰ ਤਾਰਿਆ ਕੋਈ ਗਿਣਤੀ ਨਹੀਂ ਹੈਗੀ ਜੀ। ਸੱਚੇ ਪਾਤਸ਼ਾਹ ਜੀ ਵਾਸਤੇ ਨਾ ਜੀ ਦਹੀਂ ਲੈ ਕੇ ਇੱਕ ਸਿੱਖ ਆਉਂਦਾ ਹੁੰਦਾ ਸੀ, ਦਹੀਂ ਲੈ ਕੇ ਜੀ, ਤੇ ਉਹਦੀ ਨਾ ਇੱਕ ਲੱਤ ਨਹੀਂ ਸੀ ਠੀਕ, ਤੇ ਉਹਨੇ ਲੱਕੜ ਦੀ ਲੱਤ ਬਣਵਾਈ ਸੀ ਜੀ। ਲੱਕੜ ਦੀ ਲੱਤ, ਦਹੀਂ ਲੈ ਕੇ ਉਹਨੇ ਦਰਿਆ ਪਾਰ ਕਰਨਾ, ਤੇ ਗੁਰੂ ਸਾਹਿਬ ਨੇ ਉਹਦੇ ਆਇਆ ਹੀ ਜੋ ਪ੍ਰਸ਼ਾਦਾ ਪਾਣੀ ਓਗਰਾ ਮਹਾਰਾਜ ਛਕਦੇ ਸਨ, ਉਹਨੂੰ ਉਡੀਕ ਕੇ ਛਕਣਾ ਜੀ। ਉਹ ਵੀ ਟਾਈਮ ਦਾ ਬੜਾ ਪੱਕਾ, ਯਾਦ ਰੱਖਿਓ ਟਾਈਮ ਦੇ ਬੜੇ ਪੱਕੇ ਰਹਿਣਾ ਚਾਹੀਦਾ ਜੀ। ਲੇਟ ਹੋਣ ਵਾਲਾ ਮਨੁੱਖ ਕਈ ਵਾਰ ਬੜੀਆਂ ਬਖਸ਼ਿਸ਼ਾਂ ਤੋਂ ਵਾਂਝਿਆ ਰਹਿ ਜਾਂਦਾ ਜੀ। ਆਦਤ ਪਾਉਣੀ ਆ ਜ਼ਿੰਦਗੀ ਦੇ ਵਿੱਚ
ਵੀ ਨੀਅਤ ਕੀਤੇ ਸਮੇਂ ਤੋਂ 2-4 ਮਿੰਟ ਪਹਿਲਾਂ ਪਹੁੰਚਣਾ ਜੀ। ਜਿਹਨੂੰ ਲੇਟ ਹੋਣ ਦੀ ਆਦਤ ਪੈ ਜਾਵੇ ਉਹ ਬੜੀਆਂ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਤੋਂ ਵਾਂਝਿਆ ਰਹਿ ਜਾਂਦਾ। ਇਹ ਮੈਂ ਵੇਖਿਆ ਆ ਆਪਣੀ ਅੱਖਾਂ ਨਾਲ। ਸਮੇਂ ਦੀ ਪਾਬੰਦੀ, ਟਾਈਮ ਦੇ ਵਿੱਚ ਧਿਆਨ ਰੱਖਣਾ, ਜ਼ਿੰਮੇਵਾਰੀ ਨਾਲ। ਲੇਟ ਹੋਣ ਦੀ ਆਦਤ ਬੜੀ ਖਤਰਨਾਕ ਹੈ। ਇਹ ਸਾਰਿਆਂ ਨੂੰ ਸਿੱਖਣਾ ਚਾਹੀਦਾ, ਸਾਰਿਆਂ ਵਾਸਤੇ ਹੈ ਜੀ। ਇੱਕ ਦਿਨ ਉਹ ਦਹੀਂ ਲੈ ਕੇ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਇਲਾਕੇ ਦਾ ਚੌਧਰੀ ਮਿਲ ਪਿਆ ਜੀ। ਉਹਨੇ ਉਹਨੂੰ ਗੱਲੀਂ ਲਾਇਆ। ਗੱਲੀਂ ਲਾਉਂਦਿਆਂ ਲਾਉਂਦਿਆਂ ਨਾ ਜੀ ਉਹਨੇ ਉਹਦੀ ਲੱਕੜ ਦੀ ਲੱਤ ਜਿਹੜੀ ਉਹ ਫੜ ਲਈ ਉਹਦੇ ਕੋਲੋਂ ਜੀ। ਕਹਿੰਦਾ ਕਿੱਥੇ ਜਾਣਾ ਰੋਜ਼ ਹੀ ਤੂੰ? ਉਹ ਕਹਿੰਦਾ ਮੈਂ ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਜਾਣਾ। ਆਹ ਹੱਥ 'ਚ ਕੀ ਫੜਿਆ ਜੀ? ਕਹਿੰਦਾ ਇਹ ਦਹੀਂ ਵਾਲਾ ਭਾਂਡਾ ਸੱਚੇ ਪਾਤਸ਼ਾਹ ਵਾਸਤੇ ਲੈ ਕੇ ਜਾਣਾ। ਕਹਿੰਦਾ ਤੈਨੂੰ ਕਿੰਨਾ ਚਿਰ ਹੋ ਗਿਆ ਜਾਂਦਿਆਂ? ਉਹ ਕਹਿੰਦਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬੇਅੰਤ ਸਮਾਂ ਹੋ ਗਿਆ। ਤੇ ਕਹਿੰਦਾ ਮੈਂ ਸੁਣਿਆ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨਾਲ ਮਰੇ ਹੋਏ ਜੀਂਦੇ ਹੋ ਗਏ ਤੇ ਤੇਰੀ ਲੱਤ ਵੀ ਨਹੀਂ ਮਹਾਰਾਜ ਨੇ ਠੀਕ ਕੀਤੀ। ਤੂੰ ਰੋਜ਼ ਲੰਗ ਮਾਰਦਾ ਜਾਣਾ ਤੇ ਲੰਗ ਮਾਰਦਾ ਆਉਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਤੇਰੀ ਲੱਤ ਨਹੀਂ ਠੀਕ ਕੀਤੀ, ਇੰਨਾ ਚਿਰ ਹੋ ਗਿਆ। ਉਹ ਕਹਿੰਦਾ ਤੂੰ ਮੈਨੂੰ ਆ ਮੇਰੀ ਲੱਕੜ ਦੀ ਲੱਤ ਫੜਾ, ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਸੇਵਾ ਦਾ ਮੌਕਾ ਮਿਲਿਆ, ਬੜੇ ਆਨੰਦ ਆ। ਕਹਿਣ ਲੱਗਾ ਅਸੀਂ ਫੁਰਨਾ ਹੀ ਨਹੀਂ ਇਹੋ ਜਿਹਾ ਕਦੇ ਬਣਾਇਆ। ਜਿਤਨਾ ਮਹਾਰਾਜ ਰੱਖ ਰਹੇ ਸਾਨੂੰ ਆਨੰਦ ਹੈ, ਅਸੀਂ ਇਹੋ ਜਿਹੇ ਫੁਰਨੇ ਹੀ ਨਹੀਂ ਬਣਾਉਂਦੇ। ਪਰ ਉਹ ਕਿੱਥੇ ਹਟੇ? ਸ਼ਰਾਰਤੀ ਬੰਦਾ ਜਿਹੜਾ ਬਾਰ-ਬਾਰ ਉਹਨੇ ਨਾ ਚੁਭਵੀਆਂ ਗੱਲਾਂ ਕੀਤੀਆਂ। ਤੇ ਮਹਾਰਾਜ ਪੰਗਤ 'ਚ ਬੈਠੇ ਡੀਕਣ ਵੀ ਉਹ ਆਇਆ ਨਹੀਂ, ਦਹੀਂ ਵਾਲਾ ਦਹੀਂ ਲੈ ਕੇ ਨਹੀਂ ਆਇਆ। ਪੰਗਤ ਲੱਗੀ, ਸਾਰੇ ਵੇਖਣ ਡਏ ਨੇ। ਹੁਣ ਮਹਾਰਾਜ ਛਕਣ ਤੇ ਬਾਕੀ ਸਾਰੇ ਛਕਣ ਜੀ। ਤੇ ਗੁਰੂ ਸਾਹਿਬ ਜਿਹੜਾ ਟਾਈਮ ਦਾ ਪਾਬੰਦ ਸੇਵਾ ਕਰਨ ਵਾਲਾ, ਵੇਖੋ ਗੁਰੂ ਜੀ ਡੀਕਣ ਡਏ ਉਹਨੂੰ ਜੀ। ਮਹਾਰਾਜ ਕਹਿੰਦੇ ਉਹ ਆਏਗਾ ਤੇ ਫੇਰ ਛਕਣਾ ਜੀ। ਉਹਨੂੰ ਉਹਨੇ ਲੇਟ ਕਰ ਦਿੱਤਾ ਜੀ। ਤੇ ਜਦੋਂ ਵਿਚਾਰਾ ਉਹ ਕਾਹਲੀ ਕਾਹਲੀ ਆਇਆ, ਸੱਚੇ ਪਾਤਸ਼ਾਹ ਜੀ ਨੂੰ ਦਹੀਂ ਭੇਟ ਕੀਤਾ, ਛਕਿਆ ਸਾਰਾ ਕੁਝ। ਤੇ ਮਹਾਰਾਜ ਕਹਿਣ ਲੱਗੇ ਵੀ ਪਿਆਰਿਆ ਕੀ ਗੱਲ ਹੋ ਗਈ, ਅੱਜ ਲੇਟ ਕਿਉਂ ਹੋਏ? ਕਹਿੰਦਾ ਸੱਚੇ ਪਾਤਸ਼ਾਹ ਉੱਥੇ ਮਿਲ ਪਿਆ ਰਾਹ 'ਚ ਚੌਧਰੀ ਦਰਿਆ ਦੇ ਕੰਢੇ। ਉਹਨੇ ਮੇਰੀ ਲੱਕੜ ਦੀ ਲੱਤ ਖੋਹ ਲਈ ਤੇ ਨਾਲੇ ਮੈਨੂੰ ਉਹਨੇ ਤਾਨੇ ਮਿਹਣੇ ਮਾਰੇ ਆ। ਕਹਿੰਦਾ ਦਿਨ ਰਾਤ ਸਿਫਤਾਂ ਕਰਦਾ ਮੇਰਾ ਗੁਰੂ ਬੜਾ ਸਮਰੱਥ ਹੈ, ਤੇਰੀ ਲੱਤ ਹੀ ਨਹੀਂ ਠੀਕ ਕੀਤੀ ਉਹਨਾਂ ਨੇ ਅਜੇ ਤੱਕ। ਮਹਾਰਾਜ ਹੱਸ ਪਏ ਜੀ। ਗੁਰੂ ਅਮਰਦਾਸ ਜੀ ਆਖੋ ਕੱਜ ਕੇ ਧੰਨ ਗੁਰੂ ਅਮਰਦਾਸ। ਮਹਾਰਾਜ ਹੱਸ ਕੇ ਨਾ ਸਾਰੀ ਸੰਗਤ ਵੱਲ ਵੇਖ ਕੇ ਕਹਿੰਦੇ ਉਹ ਲਓ ਵੀ ਆਪਾਂ ਕਦੇ ਧਿਆਨ ਹੀ ਨਹੀਂ ਦਿੱਤਾ, ਇਹਦੀ ਲੱਤ ਨਹੀਂ ਹੈਗੀ, ਇਹ ਆਪਾਂ ਕਦੇ ਵੇਖਿਆ ਹੀ ਨਹੀਂ ਇੱਧਰ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਉਂ ਕਰ, ਉਹ ਦਰਿਆ ਦੇ ਕੰਢੇ ਜਿਹੜਾ ਫਕੀਰ ਮੁਸਲਮਾਨ, ਉਹਦਾ ਹੁਸੈਨ ਸੀ ਨਾਮ, ਹਾਂਜੀ ਇਹੀ ਨਾਮ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਓ ਉਹਦੇ ਕੋਲ ਚੱਲ ਜਾਓ, ਲੱਤ ਠੀਕ ਕਰ ਦੇਗਾ। ਤੇ ਗੁਰੂ ਦਾ ਸਿੱਖ ਜਿਹੜਾ ਉਹਨੇ 7 ਬਚਨ ਕਰਨਾ ਜੀ, ਹਾਂਜੀ ਉਹਨੇ 7 ਬਚਨ ਕਰਨਾ। ਮੇਰੇ ਕੋਲ ਅੱਜ ਕੋਈ ਲੀਡਰ ਆਇਆ ਜੀ, ਉਹਨੇ ਮੈਨੂੰ ਕੋਈ ਗੱਲ ਦੱਸੀ ਤੇ ਮੈਂ ਉਹਨੂੰ ਆਖਿਆ, ਮੈਂ ਕਿਹਾ ਜਾ ਫਲਾਣੇ ਮਹਾਂਪੁਰਖਾਂ ਦੇ ਦਰਸ਼ਨ ਕਰ ਲਾ, ਹਾਂਜੀ। ਉਹ ਕਹਿੰਦਾ ਨਹੀਂ ਜੀ ਮੈਂ ਉੱਥੇ ਨਹੀਂ ਜਾਣਾ, ਮੈਂ ਤਾਂ ਤੁਹਾਡੇ ਕੋਲ ਹੀ ਇੱਥੇ ਆਉਣਾ। ਤੇ ਮੈਂ ਮਨ ਵਿੱਚ ਸੋਚਿਆ ਵੀ ਬੰਦਾ 7 ਬਚਨ ਕਰੇ, ਹਾਂਜੀ, ਵੀ ਮਹਾਂਪੁਰਖਾਂ ਦੇ ਦਰਸ਼ਨ ਕਰ ਆਓ, ਜਾਓ ਉੱਥੇ ਹੋ ਆਓ, ਉਹਨਾਂ ਦੇ ਚਰਨਾਂ 'ਚ ਹਾਜ਼ਰੀ ਭਰ ਆਓ, ਹਾਂਜੀ। ਗੁਰੂ ਕਾ ਸਿੱਖ ਜਿਹੜਾ ਉਹਨੇ ਤਾਂ ਗੁਰੂ ਜੀ ਦਾ ਬਚਨ ਮੰਨਣਾ ਹੈ। ਪਿਆਰ ਵਾਲੇ ਨੂੰ ਵੀ ਇੱਕ ਦੂਜੇ ਨੂੰ ਸਹੀ ਰਾਏ ਮੰਨਣੀ ਚਾਹੀਦੀ ਆ। ਸਿੱਖ ਨੇ ਗੁਰੂ ਜੀ ਦਾ ਬਚਨ ਮੰਨਣਾ। ਆਪਾਂ ਵੀ ਜਦੋਂ ਰਲ ਮਿਲ ਕੇ ਪਿਆਰ ਨਾਲ ਇੱਕ ਦੂਜੇ ਨੂੰ ਕੋਈ ਗੱਲ ਕਰਦੇ ਹਾਂ ਤੇ ਚੰਗੀ ਗੱਲ ਮੰਨ ਹੀ ਲੈਣੀ ਚਾਹੀਦੀ ਜੀ। ਹੁਣ ਵੇਖੋ ਸਰਬ ਕਲਾ ਸਮਰੱਥ ਗੁਰੂ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਹ ਕਹ ਤੈ ਭਰਪੂਰ ਸ਼ਬਦ ਦੀਪਕ ਦੀ ਪਾਇਓ, ਜਹ ਸਿੱਖਾ ਸੰਗ ਰਹਿਓ ਤਤ ਹਰ ਚਰਨ ਮਿਲਾਇਓ। ਨਾਨਕ ਕੁਲ ਨਿਮਲ ਅਵਤਰਿਓ, ਅੰਗਦ ਲਹਿਣੇ ਸੰਗ ਹੋ। ਗੁਰ ਅਮਰਦਾਸ ਤਾਰਨ ਤਰਨ, ਜਨਮ ਜਨਮ ਪਾ ਸਰਣ ਤੇ। ਜਦੋਂ ਮਹਾਰਾਜ ਨੇ ਕਿਹਾ ਉਹ ਫਕੀਰ ਦਰਿਆ ਦੇ ਕੰਢੇ ਤੇ ਬੈਠਾ ਭਗਤੀ ਕਰਦਾ ਹੀ, ਜਾ ਉੱਥੇ ਤੇਰੀ ਲੱਤ ਠੀਕ ਕਰ ਦੇਗਾ।
ਤੇ ਜੇ ਕੱਚੀ ਮੱਤ ਵਾਲਾ ਬੰਦਾ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਛੱਡ ਕੇ ਥੋੜ੍ਹਾ ਜਾ ਸਕਦਾ, ਮੈਂ ਫਕੀਰਾਂ ਕੋਲ ਕੀ ਕਰਨਾ ਹੈ, ਤੁਸੀਂ ਸਾਰਿਆਂ ਨੂੰ ਵੱਡੇ ਜੇ। ਨਹੀਂ, ਗੁਰੂ ਦੇ ਬਚਨ ਨੇ ਵਰਤਣਾ ਹੈ, ਬਚਨ ਨੇ ਵਰਤਣਾ। ਉੱਥੇ ਵੀ ਜਿਹੜੀ ਕਿਰਪਾ ਹੋਣੀ ਉਹ ਗੁਰੂ ਦੇ ਰਾਹੀਂ ਹੋਣੀ ਹੈ ਜੀ। ਭੇਜਿਆ ਜੋ ਮਹਾਰਾਜ ਨੇ ਉਹ ਫਕੀਰ ਕਮਾਈ ਵਾਲਾ ਹੀ, ਬੰਦਗੀ ਵਾਲਾ ਹੀ। ਗੁਰੂ ਅਮਰਦਾਸ ਸਾਹਿਬ ਜੀ ਨੂੰ ਉਹਨੇ ਆਪਣੇ ਹਿਰਦੇ ਵਿੱਚ ਵਸਾਇਆ ਸੀ ਜੀ। ਹਾਂਜੀ, ਬੜੀ ਭਗਤੀ ਸਿਮਰਨ ਉਹਦਾ। ਹੁਣ ਵੀ ਤੁਸੀਂ ਗੋਇੰਦਵਾਲ ਸਾਹਿਬ ਜਾਓ, ਦਰਿਆ ਦੇ ਕੰਢੇ 'ਤੇ ਜਿੱਥੇ ਗੁਰਦੁਆਰਾ ਸਾਹਿਬ ਨਾਲ ਹੀ ਉਹਦੀ ਜਗ੍ਹਾ ਜੀ, ਗੁਰਦੁਆਰਾ ਸਾਹਿਬ ਦੇ ਜੀ। ਹਾਂਜੀ, ਕਿਤੇ ਜਾਓ ਤੇ ਦਰਸ਼ਨ ਜ਼ਰੂਰ ਕਰਿਓ। ਮਹਾਰਾਜ ਦਾ ਸਥਾਨ ਬਣਿਆ। ਬਾਬਾ ਦਰਸ਼ਨ ਸਿੰਘ ਜੀ ਕਨੂਪੁਰ ਕਾਲਿਆਂ ਵਾਲਿਆਂ ਨੇ ਸੇਵਾ ਕਰਾਈ ਉੱਥੇ ਜੀ, ਮੈਂ ਦਰਸ਼ਨ ਕਰਕੇ ਆਇਆ। ਬਾਬਾ ਫਰੀਦ ਜੀ ਉਹਨਾਂ ਨੂੰ ਵੇਖੋ, ਮਹਾਰਾਜ ਨੇ ਆਪਣਾ ਰੂਪ ਬਣਾਇਆ, ਬਾਣੀ ਵਿੱਚ ਬਿਠਾਇਆ। ਭਗਤ ਭੀਖਣ ਜੀ ਮੁਸਲਮਾਨ, ਜਿਨ੍ਹਾਂ ਨੇ ਗੁਰੂ ਦੇ ਕੋਲੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਭਾਵੇਂ ਉਹ ਮੁਸਲਮਾਨ ਭਾਵੇਂ ਕੋਈ ਵੀ, ਉਹ ਗੁਰੂ ਦੇ ਸਿੱਖ ਨੇ ਜੀ। ਉਹ ਜੀ ਭਾਈ ਮਰਦਾਨਾ ਜੀ ਮੁਸਲਮਾਨ ਨੇ, ਗੁਰੂ ਮਹਾਰਾਜ ਦੇ ਸਿੱਖ ਨੇ, ਮਹਾਨ ਕੀਰਤਨੀਏ ਨੇ ਸੱਚੇ ਪਾਤਸ਼ਾਹ ਮਹਾਰਾਜ ਦੇ, ਮਹਾਨ ਕੀਰਤਨੀ ਹੈ। ਬੜੇ ਵਾਰ ਉਹਨਾਂ ਨੇ ਪ੍ਰਾਪਤ ਕੀਤੇ ਜੀ। ਮਹਾਰਾਜ ਕਹਿੰਦੇ ਜਾ, ਉਹ ਬੜਾ ਪੁੱਜਿਆ ਫਕੀਰ ਹੀ ਬੰਦਗੀ ਵਾਲਾ, ਜਾ ਤੇਰੀ ਲੱਤ ਠੀਕ ਕਰ ਦੇਗਾ। 7 ਵਜਨ ਜੀ। ਤੇ ਜਦੋਂ ਭਾਈ ਜੀ ਹੁਣੀ ਗਏ ਨਾ ਜੀ, ਤੇ ਉਹ ਨਾ ਆਪਣੇ ਨੇੜੇ ਨਹੀਂ ਕਿਸੇ ਨੂੰ ਆਉਣ ਦਿੰਦਾ ਹੁੰਦਾ ਜੀ। ਇੱਕ ਹੁੰਦਾ ਸੋਟਾ, ਇੱਕ ਹੁੰਦਾ ਡੰਡਾ, ਇੱਕ ਹੁੰਦਾ ਕੁਤਕਾ। ਕੁਤਕਾ ਏਡਾ ਕੁ ਲੰਮਾ ਹੁੰਦਾ ਤੇ ਮੋਟਾ ਬੜਾ ਹੁੰਦਾ ਜੀ। ਤੇ ਡੰਡੇ ਤੋਂ ਤੇ ਬੰਦੇ ਦਾ ਬਚਾਅ ਹੋ ਜਾਂਦਾ, ਕੁਤਕੇ ਤੋਂ ਨਹੀਂ ਬਚਾਅ ਹੁੰਦਾ ਜੀ। ਜਿੱਥੇ ਵੱਜ ਗਿਆ ਲੈ ਬੈਠਾ ਜੀ। ਮੋਟਾ ਤੇ ਨਿੱਗਰ, ਐਡਾ ਮੋਟਾ ਹੁੰਦਾ ਤੇ ਐਡਾ ਕੁ ਲੰਬਾ ਹੁੰਦਾ ਜੀ। ਉਹ ਕੁਤਕਾ ਰੱਖਦਾ ਸੀ ਜਿੱਥੇ ਭਗਤੀ ਕਰਦਾ ਨਾ ਬੈਠ ਕੇ, ਲਾਗੇ ਕੁਤਕਾ ਰੱਖਦਾ। ਜਿਹੜਾ ਚਲੇ ਜੇ ਨਾ ਜੀ, ਉਹਨੂੰ ਮਾਰਨ ਪੈਂਦਾ ਸੀ ਵੀ ਮੇਰੇ ਕੋਲ ਕਿਉਂ ਆਏ ਜੇ, ਕਹਿੰਦਾ ਮੇਰੇ ਕੋਲ ਕੀ ਲੈਣ ਆਏ ਜੇ। ਹੁਣ ਇਹ ਭੇਜੇ ਹੋਏ ਗੁਰੂ ਦੇ ਪਿਆਰੇ ਚਲੇ ਗਏ। ਜਦੋਂ ਉਹਨੇ ਸਾਹਮਣੇ ਵੇਖਿਆ, ਉਹਨੇ ਅੱਖਾਂ ਕੱਢ ਕੇ ਵੇਖਿਆ ਜੀ ਉਹਦੇ ਵੀ ਇਹ ਕੀ ਲੈਣ ਆਇਆ ਮੇਰੇ ਕੋਲ ਜੀ। ਉਹਨੇ ਪੁੱਛਿਆ ਆ ਵੀ ਕਿੱਧਰ ਆਇਆ? ਕਹਿੰਦਾ ਮੈਨੂੰ ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਭੇਜਿਆ, ਤੇ ਮਹਾਰਾਜ ਕਹਿੰਦੇ ਸੀ ਉਹਦੇ ਕੋਲ ਲੱਤ ਠੀਕ ਕਰਾ ਕੇ ਆ, ਉਹ ਤੇਰੀ ਲੱਤ ਠੀਕ ਕਰੇਗਾ। ਉਹਨੇ ਫੜ ਲਿਆ ਜੀ ਡੰਡਾ, ਜੋ ਕੁਤਕਾ ਫੜ ਲਿਆ ਜੀ ਉਹਨੇ। ਉਹ ਕਹਿੰਦਾ ਦੀਨ ਦੁਨੀਆ ਦਾ ਮਾਲਕ ਸੱਚਾ ਪਾਤਸ਼ਾਹ, ਸਭ ਕੁਝ ਕਾਰਨ ਵਾਲਾ ਆਪ ਸੱਚਾ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ, ਤੂੰ ਮੇਰੇ ਕੋਲ ਆ ਕੇ ਕਹਿੰਦਾ ਖਲੋ, ਕਹਿੰਦਾ ਤੇਰੀ ਮੈਂ ਦੂਜੀ ਔਲਾਦ ਤੋੜਦਾ, ਕਹਿੰਦਾ ਹੈ ਤੂੰ ਗੁਰੂ ਮਹਾਰਾਜ ਨੂੰ ਛੱਡ ਕੇ ਮੇਰੇ ਵਰਗਿਆਂ ਕੋਲ ਕਹਿੰਦਾ ਤੁਰਿਆ ਫਿਰਦਾ। ਜਦੋਂ ਉਹਨੇ ਕੁਤਕਾ ਫੜਿਆ, ਮਾਰਿਆ ਦਬਕਾ, ਤੋਂ ਡਰਦਾ ਭੱਜਾ। ਉਹਨੂੰ ਅੱਗੇ ਪਤਾ ਵੀ ਉਹ ਕੁੱਟਦਾ ਬੜਾ ਜੀ। ਉਹ ਡਰਦਾ ਭੱਜਾ, ਤੈਨੂੰ ਚੇਤਾ ਹੀ ਭੁੱਲ ਗਿਆ, ਲੱਕੜ ਦੀ ਲੱਤ ਉੱਥੇ ਡਿੱਗ ਪਈ ਤੇ ਦੂਜੀ ਲੱਤ ਉਹਦੀ ਸਹੀ ਹੋ ਗਈ ਜੀ। ਕਿੱਡੇ ਦੂਰ ਜਾ ਕੇ ਉਹਨੂੰ ਪਤਾ ਲੱਗਾ ਵੀ ਲੱਤ ਤੇ ਮੇਰੀ ਠੀਕ ਹੈ ਜੀ। ਉਹ ਫਿਰ ਵਾਪਸ ਧੰਨਵਾਦ ਕਰਨ ਗਿਆ ਜੀ ਵੀ ਫਕੀਰ ਜੀ ਮਹਾਰਾਜ ਨੇ ਮੈਨੂੰ ਭੇਜਿਆ ਸੀ। ਉਹਨੇ ਆਖਿਆ ਮੇਰੀ ਸੁਣ ਲਾ ਗੱਲ, ਮੈਂ ਨਹੀਂ ਕੁਝ ਕਰਨ ਜੋਗਾ, ਇਹ ਜਿਨ੍ਹਾਂ ਤੈਨੂੰ ਭੇਜਿਆ ਇਹ ਸਭ ਉਹਨਾਂ ਦੀ ਲੀਲਾ ਹੈਗੀ। ਚੁੱਪ ਕਰਕੇ ਚਲਾ ਜਾ ਤੇ ਉਹਨਾਂ ਦਾ ਧੰਨਵਾਦ ਕਰ ਜਿਨ੍ਹਾਂ ਦੀ ਮਿਹਰ ਵਰਤੀ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਵਰਤੀ ਆ। ਇਹ ਸਭ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਕਿਰਪਾ ਹੈ। ਵੇਖੀ ਕਿਤੇ ਭੁਲੇਖਾ ਨਾ ਖਾ ਲਈ, ਜਾ ਸੱਚੇ ਪਾਤਸ਼ਾਹ ਦੇ ਚਰਨੀ ਲੱਗ, ਤੇ ਜਿਹੜੀ ਸੇਵਾ ਕਰਦਾ ਛੱਡੀ ਨਾ, ਨਿਭਾਉਂਦਾ ਰਹੀ ਸੇਵਾ, ਲੋਕ ਪਰਲੋਕ ਸਫਲਾ ਹੋ ਜਾਏਗਾ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਏ। ਇੱਕ ਜਿਹੀ ਦਾ ਭਾਵ ਹੁੰਦਾ ਜ਼ਬਾਨ। ਇੱਕ ਜ਼ਬਾਨ ਦੇ ਨਾਲ ਕਿੰਨੀ ਕੁ ਬੰਦਾ ਕਹਿ ਲੇਗਾ ਜੀ, ਕਿੰਨੀ ਕੁ ਕਹਿ ਲੇਗਾ। ਉਹ ਕਥਾ ਮੁੱਕਣ ਵਾਲੀ ਨਹੀਂ ਹੈਗੀ ਜੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ, ਹਾਜ਼ਰਾ ਹਜ਼ੂਰ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ, ਇਹ ਕਦੇ ਮੁੱਕ ਹੀ ਨਹੀਂ ਸਕਦੀ ਜੀ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਗੁਰ ਕੀ ਮਹਿਮਾ ਅਗਮ ਹੈ, ਕਿਆ ਕਥੈ ਕਥਨਾਰ। ਹਾਂਜੀ, ਇਹ ਬਹੁਤ ਬੇਅੰਤ ਹੈ, ਬਹੁਤ ਬੇਅੰਤ ਹੈ। ਸਿੱਖ ਨੇ ਬਸ ਹੱਥ ਜੋੜਨੇ, ਸਿਰ ਨਿਵਾਉਣਾ ਤੇ ਗੁਰੂ ਜੀ ਦਾ
ਸ਼ੁਕਰਾਨਾ ਕਰਨਾ ਸੱਚੇ ਪਾਤਸ਼ਾਹ ਗਰੀਬ ਨੂੰ ਆਪਣੇ ਚਰਨਾਂ 'ਚ ਥਾਂ ਦਿੱਤਾ ਜੀ, ਧੰਨਵਾਦ। ਮੈਨੂੰ ਨਿਮਾਣੇ ਨੂੰ ਦਲਿਦਰੀ ਨੂੰ ਆਪਣੀ ਸੰਗਤ ਵਿੱਚ ਬਿਠਾਇਆ ਜੀ, ਸੱਚਾ ਪਾਤਸ਼ਾਹ ਤੇਰਾ ਸ਼ੁਕਰ, ਸ਼ੁਕਰ ਤੇਰਾ। ਗਰੀਬ ਨੂੰ ਅੱਜ ਆਪ ਜੀ ਦੀ ਬਾਣੀ ਸੁਣਨ ਦਾ ਮੌਕਾ ਮਿਲਿਆ, ਕਥਾ ਕੀਰਤਨ ਸੁਣਨ ਦਾ ਮੌਕਾ ਮਿਲਿਆ, ਆਪ ਜੀ ਦੇ ਗੁਰਪੁਰਬ ਮਨਾਉਣ ਦਾ ਇਹ ਸੁਭਾਗਾ ਸਮਾਂ ਮਿਲਿਆ, ਇਹ ਤਾਂ ਆਪ ਜੀ ਦੀ ਕਿਰਪਾ। ਕੱਲ੍ਹ ਦੇ ਦਿਨ ਸ੍ਰੀ ਗੋਇੰਦਵਾਲ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਗੁਰੂ ਮਹਾਰਾਜ ਦੀ ਅੰਸ ਬੰਸ ਭੱਲਾ ਪਰਿਵਾਰ ਹਰ ਸਾਲ ਆਪਣੇ ਗ੍ਰਹਿ ਵਿਖੇ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਬ ਮਨਾਉਂਦੇ ਨੇ। ਸੰਪਰਦਾਇ ਹਰਖੋਵਾਲ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਲੰਮੇ ਸਮੇਂ ਤੋਂ ਉੱਥੋਂ ਸੰਗਤਾਂ ਤੇ ਮੌਜੂਦਾ ਮਹਾਂਪੁਰਖ ਜਿਹੜੇ ਇਸ ਵੇਲੇ ਸੇਵਾ ਕਰਵਾ ਰਹੇ ਨੇ ਸਮੇਤ ਸੰਗਤਾਂ ਦੇ ਪਹੁੰਚ ਕੇ ਗੁਰਪੁਰਬ ਮਨਾਉਂਦੇ ਨੇ। ਦਾਸਾਂ ਨੂੰ ਵੀ ਹਰ ਸਾਲ ਬੁਲਾਇਆ ਜਾਂਦਾ। ਪਹਿਲਾਂ ਤਾਂ ਉਹਨਾਂ ਦੇ ਗ੍ਰਹਿ ਵਿਖੇ ਗੁਰਪੁਰਬ ਮਨਾਉਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਬੌਲੀ ਸਾਹਿਬ ਵੱਲੋਂ ਹੁਕਮ ਆਇਆ ਅਤੇ ਸਤਿਗੁਰ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਕੀਰਤਨ ਕਰਕੇ ਹਾਜ਼ਰੀਆਂ ਲਵਾਉਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਵੇਖੋ ਮਹਾਰਾਜ ਦੀ ਕਿੰਨੀ ਮਿਹਰ ਹੈ। ਗੁਰੂ ਅਮਰਦਾਸ ਸਾਹਿਬ ਜੀ ਦੇ ਗੁਰਪੁਰਬ ਮਨਾਉਣ ਦਾ ਮਹਾਰਾਜ ਜੀ ਨੇ ਕੱਲ੍ਹ ਸਾਨੂੰ 2 ਵਾਰ ਮੌਕਾ ਬਖਸ਼ ਦਿੱਤਾ ਜੀ। ਪਹਿਲਾਂ ਭੱਲਾ ਪਰਿਵਾਰ ਜੀ ਦੇ ਗ੍ਰਹਿ ਵਿਖੇ, ਉੱਥੋਂ ਫਿਰ ਮਹਾਰਾਜ ਦੇ ਵੱਡੇ ਦਰਬਾਰ ਵਿੱਚ ਜੀ। ਅਤੇ ਕਿੰਨੀ ਮਿਹਰ ਹੈ, ਅੱਜ ਆਪਾਂ ਸਥਾਨ 'ਤੇ ਬੈਠ ਕੇ ਮਹਾਰਾਜ ਦੇ ਗੁਰਪੁਰਬ ਮਨਾ ਰਹੇ ਹਾਂ। ਸੱਚੇ ਪਾਤਸ਼ਾਹ ਦੀ ਕਿਰਪਾ। ਆਪਾਂ ਸਾਰੇ ਆਪਣੇ ਪਿਛੋਕੜ ਵੱਲ ਨਿਗਾਹ ਮਾਰੀਏ, ਆਪਣੇ ਘਰਾਂ ਵੱਲ, ਪਿੰਡਾਂ ਵੱਲ, ਆਪਣੇ ਬਜ਼ੁਰਗਾਂ ਵੱਲ। ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਗੁਰਪੁਰਬ ਕਿੱਦਣ ਆਇਆ ਅਤੇ ਕਿੱਦਣ ਲੰਘ ਗਿਆ ਜੀ। ਹਾਂਜੀ, ਪਤਾ ਸੀ ਕਿਸੇ ਨੂੰ ਜੀ ਗੁਰਪੁਰਬ ਕਿੱਦਣ ਆ ਅਤੇ ਕਿੱਦਣ ਨਹੀਂ? ਚੇਤਾ ਹੀ ਨਹੀਂ। ਇਹ ਗੁਰੂ ਮਹਾਰਾਜ ਦੀ ਸੰਗਤ ਹੈ, ਮਹਾਂਪੁਰਖਾਂ ਦੀ ਸੰਗਤ ਹੈ। ਜਿੱਥੋਂ ਮੈਨੂੰ ਗਰੀਬ ਨੂੰ ਸਮੱਤ ਮਿਲੀ, ਤੁਹਾਨੂੰ ਗੁਰੂ ਜੀ ਦੀ ਸੰਗਤ ਵਿੱਚੋਂ ਸਮੱਤ ਮਿਲ ਰਹੀ ਹੈ। ਅਤੇ ਕਿੰਨਾ ਚਾਅ, ਕਿੰਨਾ ਪਿਆਰ ਹੈ। ਸਤਿਗੁਰੂ ਜੀ ਦਾ ਅਵਤਾਰ ਗੁਰਪੁਰਬ ਹੈ। ਆਖੋ ਗੱਜ ਕੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ। ਜਲ ਪਾ ਪਦਾਰਥੀ ਤੜੇ ਗੁਰ ਅਮਰਦਾਸ ਡਿੱਠੇ ਮਿਲੇ। ਬਸ ਸ਼ਰਧਾ ਰੱਖੋ, ਭਾਵਨਾ ਰੱਖੋ। ਜਿਸ ਕੀ ਰਹੀ ਭਾਵਨਾ ਜੈਸੀ, ਪ੍ਰਭ ਮੂਰਤ ਦੇਖੀ ਤਿਨ ਤੈਸੀ। ਹੁਣ ਵੀ ਤੁਸੀਂ ਭਾਵਨਾ ਰੱਖੋ, ਉਹੀ ਸਰੂਪ ਹੈ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ। ਅਤੇ ਇਹ ਸਾਰੀਆਂ ਦਾਤਾਂ ਸਤਿਗੁਰ ਦੀ ਕਿਰਪਾ ਦੇ ਨਾਲ ਸਦਾ ਹੀ ਗੁਰੂ ਘਰੋਂ ਸ਼ਰਧਾ ਅਤੇ ਪਿਆਰ ਵਾਲਿਆਂ ਨੂੰ ਪ੍ਰਾਪਤ ਹੁੰਦੀਆਂ ਨੇ ਜੀ। ਗੁਰੂ ਮਹਾਰਾਜ ਮਿਹਰ ਕਰਨ, ਕਿਰਪਾ ਕਰਨ। ਇਹ ਸਤਸੰਗ ਦਾ ਸਭ ਤੋਂ ਵੱਡਾ ਲਾਭ ਇਹੀ ਹੈ ਭਈ ਜਿਹੜਾ ਬੰਦਾ ਲੱਗਾ ਰਹਿੰਦਾ ਨਾ ਜੀ, ਉਹਦੇ ਅੰਦਰ ਗੁਰੂ ਸਾਹਿਬ ਨਾਲ ਪਿਆਰ ਬਣ ਜਾਂਦਾ ਜੀ। ਅਤੇ ਫਿਰ ਗੁਰੂ ਜੀ ਉਹਨੂੰ ਆਪਣਾ ਪਿਆਰ ਲਾ ਦਿੰਦੇ ਨੇ ਜੀ। ਪਹਿਲਾਂ ਤਾਂ ਥੋੜ੍ਹਾ ਬਹੁਤਾ ਹਾਂਜੀ ਉਹ ਪਿਛਲੇ ਪੁੰਨਾਂ ਦਾ ਸਦਕਾ ਉਦਮ ਕਰਦਾ ਜੀ, ਫਿਰ ਮਹਾਰਾਜ ਨੂੰ ਪਿਆਰ ਲਾ ਦਿੰਦੇ ਜੀ। ਤੁਸੀਂ ਤਜਰਬਾ ਕੀਤਾ ਹੋਣਾ ਹੈ, ਜਦੋਂ ਟਾਈਮ ਹੋ ਜਾਂਦਾ ਤੇ ਜਿਹੜੇ ਪੱਕੇ ਨਿਤਨੇਮੀ ਉਹਨਾਂ ਨੂੰ ਚੈਨ ਨਹੀਂ ਆਉਂਦਾ ਜੀ। ਘਰ ਚੈਨ ਨਹੀਂ ਆਉਂਦਾ, ਛੇਤੀ ਜਾਣਾ, ਲੇਟ ਹੋ ਗਏ। ਉਹ ਮਹਾਰਾਜ ਦਾ ਪਿਆਰ ਹੈ ਨਾ, ਗੁਰੂ ਸਾਹਿਬ ਨੇ ਲਾਇਆ ਜੀ, ਉਹ ਖਿੱਚ ਪਾਉਂਦਾ ਜੀ ਫਿਰ ਜੀ। ਹਾਂਜੀ, ਕਿੰਨੀ ਦੂਰੋਂ ਵੇਖੋ ਮਹਾਰਾਜ ਦੀ ਕਿਰਪਾ ਦੇ ਨਾਲ ਆਏ ਬੈਠੇ ਨੇ ਗੁਰਮੁਖ ਪ੍ਰੇਮੀ। ਆਪੇ ਲਾਇਓ ਆਪਣਾ ਪਿਆਰ, ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ। ਮਹਾਰਾਜ ਦੀ ਲੀਲਾ ਬੜੀ ਅਪਰੰਪਾਰ, ਬੜੀ ਅਪਰੰਪਾਰ। ਬਹੁਤਾ ਵੱਡਾ ਸਤਿਗੁਰੂ ਜੀ ਦਾ ਪ੍ਰਤਾਪ। ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛ ਹੋ ਜਾਏ, ਗੁਰ ਸੇਵਾ ਤੇ ਮਨ ਪਤੀ ਆਏ। ਮਹਾਰਾਜ ਨੇ ਸੇਵਾ ਕਰਕੇ ਸਾਨੂੰ ਸਮਝਾਇਆ ਸਾਰਿਆਂ ਨੂੰ ਜੀ। ਸੇਵਾ ਕਰਕੇ ਜਿਸ ਤਰ੍ਹਾਂ ਦੀ ਸੇਵਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤੀ ਆ, ਦੁਨੀਆ 'ਚ ਮੇਰਾ ਖਿਆਲ ਕਿਤੇ ਵੀ ਮਿਸਾਲ ਨਹੀਂ ਮਿਲ ਸਕਦੀ ਜੀ। ਕਮਾਲ ਦੀ ਗੱਲ, 12 ਸਾਲਾਂ ਦੇ ਵਿੱਚ ਇੱਕ ਵੀ ਨਾਗਾ ਨਹੀਂ ਹੈਗਾ ਜੀ। ਪਾਣੀ ਖਡੂਰ ਸਾਹਿਬ ਨਹੀਂ ਹੈਗਾ ਜੀ। ਖਡੂਰ ਸਾਹਿਬ ਵਾਲੇ ਲੋਕ ਪਾਣੀ ਵਰਤਦੇ ਹੀ ਸੀ, ਨਹਾਉਂਦੇ ਸੀ,
ਪੀਂਦੇ ਸੀ, ਸਭ ਕੁਝ ਹੁੰਦਾ ਸੀਗਾ। ਪਰ ਇੱਕ ਪਿਆਰ ਹੈ ਵੀ ਰੋਜ਼ ਖਡੂਰ ਸਾਹਿਬ ਤੋਂ ਚੱਲਣਾ ਰਾਤ ਨੂੰ ਤੇ ਗਾਗਰ ਜਲਦੀ ਭਰ ਕੇ ਲਿਆਉਣੀ ਜੀ। ਤੇ 12 ਸਾਲ ਇਹ ਸੇਵਾ ਨਿਭਾਈ, 12 ਸਾਲ। ਇੱਕ ਵੀ ਨਾਗਾ ਨਹੀਂ, ਇੱਕ ਵੀ ਨਾਗਾ ਨਹੀਂ ਹੈਗਾ ਜੀ। ਸਿੱਖ ਨੂੰ ਮਹਾਰਾਜ ਨੇ ਸੇਵਾ ਕਰਕੇ ਜਾਚ ਸਿਖਾਈ ਹੈ ਜੀ। ਸੇਵਾ ਕਰ, ਵੱਡੀ ਤੋਂ ਵੱਡੀ ਪ੍ਰਾਪਤੀ ਹੋਏਗੀ। ਹੁਣ ਵੇਖਿਆ ਸੰਸਾਰ ਵਿੱਚ ਲੋਕ ਕਰਦੇ ਨਹੀਂ ਕੁਝ ਜੀ। ਮਿਲੇ ਜਾਂਦੇ ਸਾਨੂੰ ਸਾਰਾ ਕੁਝ ਤੇ ਕਰਨਾ ਕੁਝ ਨਹੀਂ ਜੀ। ਮਹਾਂਪੁਰਖ ਬੈਠੇ ਗੁਰਵਾਲੀ ਭਗਤ ਜੀ, ਇੱਕ ਬੰਦਾ ਆਇਆ, ਕਹਿੰਦਾ ਜੀ ਕਿਰਪਾ ਕਰੋ। ਕਹਿਣ ਲੱਗੇ ਭਾਜੀ ਤੁਹਾਡੇ ਕੋਲ ਟਾਈਮ ਹੁੰਦਾ ਤੇ ਘਰ ਬੈਠ ਕੇ ਗੁਰਬਾਣੀ ਦਾ ਪਾਠ ਕਰ ਲਿਆ ਕਰੋ। ਥੋੜ੍ਹੇ ਮਿੰਟਾਂ ਬਾਅਦ ਕਹਿੰਦਾ ਜੀ ਕਿਰਪਾ ਕਰੋ। ਕਹਿੰਦੇ ਜੇ ਸਮਾਂ ਹੋ ਤੇ ਬਾਬੇ ਸ਼ਹੀਦੀ ਮੱਥਾ ਟੇਕ ਆਇਆ ਕਰੋ। ਉਹ ਫਿਰ ਥੋੜ੍ਹੇ ਮਿੰਟਾਂ ਬਾਅਦ ਕਹਿੰਦਾ ਜੀ ਕੋਈ ਕਿਰਪਾ ਕਰੋ। ਕਹਿਣ ਲੱਗੇ ਭਾਜੀ ਜੇ ਟਾਈਮ ਹੋਵੇ ਤਾਂ ਦਰਬਾਰ ਸਾਹਿਬ ਦਰਸ਼ਨ ਕਰ ਆਇਆ ਕਰੋ। ਉਹ ਕਹਿੰਦਾ ਜੀ ਤੁਸੀਂ ਕਿਰਪਾ ਕਰੋ। ਤੇ ਮਹਾਂਪੁਰਖ ਕਹਿਣ ਲੱਗੇ ਕਿ ਆਲੂ ਗੰਢੇ ਜਿਹੜੇ ਤੈਨੂੰ ਪਾ ਕੇ ਦੇ ਦਈਏ। ਕਹਿਣ ਲੱਗੇ ਆਲੂ ਗੰਢੇ ਆ। 3 ਵਾਰ ਕਹਿੰਦੇ ਤੈਨੂੰ ਆਖਿਆ ਵੀ ਬਾਣੀ ਪੜ੍ਹਿਆ ਕਰ, ਜੇ ਟਾਈਮ ਬਾਬੇ ਸ਼ਹੀਦੀ ਜਾਇਆ ਕਰ, ਜੇ ਹੋਰ ਟਾਈਮ ਆ ਤੇ ਦਰਬਾਰ ਸਾਹਿਬ ਇੱਕ ਨਾ ਤੇਰੇ ਮੂੰਹੋਂ 7 ਵਜੇ ਨਹੀਂ ਨਿਕਲਿਆ। ਕਹਿਣ ਲੱਗੇ ਹੈਂ ਤੇ ਇਹ ਕੋਈ ਆਲੂ ਗੰਢੇ ਜਿਹੜੇ ਤੈਨੂੰ ਪਾ ਕੇ ਦੇ ਦਈਏ? ਜਾ। ਕਹਿਣ ਲੱਗੇ ਆਪਣਾ ਕੰਮ ਕਰ, ਜਾ ਕੇ ਚਲਾ ਜਾ। ਹਾਂਜੀ, ਸੰਸਾਰ ਦੇ ਲੋਕਾਂ ਦੀ ਆਦਤ ਕਰਨਾ ਕੁਝ ਨਹੀਂ। ਤੇ ਬਾਬੇ ਹੋਣਾ ਕੋਲ ਜਾਓ ਤੇ ਬਾਬਾ ਜਿਹੜੀ ਮਾਲਾ ਫੇਰਨ ਡਿਆ ਪਰ ਤੁਹਾਡੇ ਵਾਸਤੇ ਵੇਲੜਾਂ ਵਾਸਤੇ ਫੇਰਨ ਡਿਆ ਵੀ ਤੁਸੀਂ ਝੂਠ ਬੋਲੋ ਤੇ ਠੱਗੀਆਂ ਮਾਰੋ ਤੇ ਬਾਬੇ ਨੂੰ ਆਖੋ ਜਿਹੜਾ ਤੂੰ ਵਾਹਿਗੁਰੂ ਵਾਹਿਗੁਰੂ ਕੀਤਾ ਉਹ ਸਾਡੇ ਲੇਖੇ ਲਾ ਦੇ ਜੀ। ਹਾਂਜੀ, ਲੋਕ ਸਮਝਦੇ ਵੀ ਬਾਬੇ ਹੈ ਹੀ ਇਸੇ ਵਾਸਤੇ। ਇਹਦੇ 6-7 ਬੀਬੀਆਂ ਆ ਗਈਆਂ। ਮੈਂ ਬੈਠਾ, ਬਾਬਾ ਜੀ ਘਰ ਨਾ ਬੜੀ ਪਰੇਸ਼ਾਨੀ ਆ, ਢਿੱਲ ਮੱਠ ਬੜੀ ਰਹਿੰਦੀ ਆ, ਫਲਾਨੀ ਗੱਲ। ਮੈਂ ਕਿਹਾ ਬੀਬੀ ਜੀ ਮੈਂ ਇਹੋ ਜਿਹੀਆਂ ਗੱਲਾਂ ਨਹੀਂ ਇੱਥੇ ਕਰਦਾ, ਮੇਰੇ ਕੋਲ ਮਨਾਹੀ। ਮੈਂ ਕਿਹਾ ਬਿਲਕੁਲ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਇੱਥੇ। ਕਹਿੰਦੇ ਜੀ ਫਿਰ ਇੱਥੇ ਕੀ ਕਰਦੇ ਆ? ਮੈਂ ਕਿਹਾ ਜੀ ਇੱਥੇ ਕੀਰਤਨ ਕਰਦੇ ਤੇ ਬਾਣੀ ਪੜ੍ਹਦੇ। ਇੱਥੇ ਮੈਂ ਕਿਹਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਾ ਹੁੰਦੀ ਆ, ਪਾਠ ਮੈਂ ਕਿਹਾ ਸਿੱਖਦੇ ਨੇ ਪ੍ਰੇਮੀ, ਤੇ ਗੁਰਬਾਣੀ ਦਾ ਕੀਰਤਨ ਹੁੰਦਾ ਹੈ। ਮੈਂ ਜੀ ਸੱਚ ਵੀ ਦੱਸੋ, ਲੋਕ ਮੰਨਣ ਨੂੰ ਤਿਆਰ ਆ। ਅੱਜ ਹੀ ਮੈਂ ਉਸ ਬੰਦੇ ਨੂੰ ਕਹਿਣ ਡਿਆ ਸੀ, ਮੈਂ ਕਿਹਾ ਹੱਡੀਆਂ ਦਾ ਡਾਕਟਰ ਵੱਖਰਾ ਹੁੰਦਾ, ਦਿਲ ਦਾ ਡਾਕਟਰ ਵੱਖਰਾ ਹੁੰਦਾ ਏ। ਇਸੇ ਤਰ੍ਹਾਂ ਡਾਕਟਰ ਜਿਹੜੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਦੇ ਡਾਕਟਰ ਨੇ ਜੀ। ਅੱਖਾਂ ਦਾ ਵੱਖਰਾ ਜੀ। ਹਾਂਜੀ, ਮੈਂ ਕਿਹਾ ਸਾਰਿਆਂ ਦੇ ਕੰਮ ਵੰਡੇ ਆ। ਤੇ ਮੈਂ ਕਿਹਾ ਭਰਾ ਮੇਰੀ ਡਿਊਟੀ ਮਹਾਂਪੁਰਖਾਂ ਨੇ ਕੀਰਤਨ ਕਰਨ ਦੀ ਲਾਈ ਆ, ਮੇਰੀ ਡਿਊਟੀ ਨਹੀਂ ਲਾਈ ਵੀ ਲੋਕਾਂ ਦੀ ਸਿਰ ਪੀੜ ਹਟਾ। ਹਾਂਜੀ, ਲੋਕਾਂ ਦੇ ਘਰ ਭੂਤ ਵੜੇ ਆ ਤੇ ਤੂੰ ਕੱਢ ਉਹਨਾਂ ਨੂੰ ਜੀ। ਲੋਕਾਂ ਨੂੰ ਆਹ ਗੱਲ ਹੈਗੀ, ਨਿਆਣੇ ਨਹੀਂ ਆਖੇ ਲੱਗਦੇ ਤੂੰ। ਮੈਂ ਕਿਹਾ ਮੇਰੀ ਡਿਊਟੀ ਨਹੀਂ ਹੈਗੀ। ਹੱਡੀਆਂ ਵਾਲਾ ਡਾਕਟਰ ਦਿਲ ਦੇ ਮਰੀਜ਼ ਦਾ ਇਲਾਜ ਕਰੇਗਾ ਤਾਂ ਉਹਦਾ ਭੋਗ ਪਾ ਦੇਗਾ ਜੀ ਉਹ ਜੀ, ਕਿ ਉਹਨੂੰ ਪਤਾ ਹੀ ਨਹੀਂ ਉਹਦੇ ਬਾਰੇ ਜੀ, ਗਿਆਨ ਹੀ ਨਹੀਂ ਉਹਦੇ ਬਾਰੇ ਉਹਨੂੰ ਜੀ। ਹਾਂਜੀ, ਮੈਂ ਉਹਨੂੰ ਸੱਚ ਦੱਸਿਆ। ਮੈਂ ਕਿਹਾ ਮੇਰੀ ਇਹ ਡਿਊਟੀ ਨਹੀਂ ਜੋ ਹੈਗੀ ਜਿਹੜਾ ਤੂੰ ਕੰਮ ਦੱਸਣ ਡਿਆ ਨਾ ਜੀ, ਵੀ ਬੜਾ ਦਿਲ ਘਬਰਾਉਂਦਾ ਜੀ, ਬੜੀ ਸਿਰ ਪੀੜ ਹੁੰਦੀ ਆ ਜੀ, ਨੀਂਦ ਨਹੀਂ ਆਉਂਦੀ। ਤੇ ਮੈਂ ਕਿਹਾ ਮੈਨੂੰ ਤਾਂ ਪਤਾ ਹੀ ਕੋਈ ਨਹੀਂ, ਤੇ ਮੈਂ ਤੈਨੂੰ ਕੀ ਦੱਸਾਂ ਇਹਦੇ ਬਾਰੇ। ਤੇ ਕੀਰਤਨ ਹੀ ਕਰਦੇ, ਕੀਰਤਨ ਮੈਂ ਕਿਹਾ ਤੁਸੀਂ ਸੁਣਦੇ ਨਹੀਂ ਗਏ। ਹਾਂਜੀ, ਇਹ ਤਾਂ ਮੈਂ ਕਿਹਾ ਵੀ ਆਪਣਾ ਕੋਈ ਇਸ ਤਰ੍ਹਾਂ ਦੀ ਫੌਜ ਲੱਭਣੀ ਚਾਹੀਦੀ ਆ ਜਿਹੋ ਜਿਹੀ ਕਿਸੇ ਨੂੰ ਬਿਮਾਰੀ ਹੈ। ਸਾਡੀ ਤਾਂ ਮੈਂ ਡਿਊਟੀ ਇਹੀ ਹੈਗੀ ਆ, ਕਿਸੇ ਨੂੰ ਅਸੀਂ ਗੁੰਮਰਾਹ ਨਹੀਂ ਕਰ ਸਕਦੇ। ਕੋਈ ਮੈਂ ਕਿਹਾ ਸਾਡਾ ਜਪ ਤਪ ਨਹੀਂ ਜਿਹਾ ਹੈਗਾ, ਕੋਈ ਅਸੀਂ ਪਰਉਪਕਾਰੀ ਨਹੀਂ ਹੈਗੇ ਜੀ। ਬਸ ਮਹਾਂਪੁਰਖਾਂ ਡਿਊਟੀ ਲਾਈ ਤੇ ਤਰਲੇ ਲੈਂਦੇ ਰਹੀਦਾ ਵੀ ਇਹ ਨੇਕ ਨੀਤੀ ਦੇ ਨਾਲ ਨਿਭੇ ਜੀ। ਗੁਰੂ ਮਹਾਰਾਜ ਅੱਗੇ ਅਰਦਾਸ ਆ, ਸੰਗਤ ਅੱਗੇ ਵੀ ਮਿਹਨਤ ਕਰੀਦੀ ਆ ਵੀ ਨੇਕ ਨੀਤੀ ਦੇ ਨਾਲ ਇਹ ਜਿਹੜੀ ਸੇਵਾ ਮਹਾਂਪੁਰਸ਼ਾਂ ਨੇ ਬਖਸ਼ੀ ਆ ਵੀ ਗੁਰੂ ਮਹਾਰਾਜ ਦੀਆਂ ਸੰਗਤਾਂ ਨੂੰ ਕੀਰਤਨ ਸੁਣਾਉਣਾ ਹੈ। ਹਾਂਜੀ, ਤੇ ਮਹਾਰਾਜ ਕਿਰਪਾ ਕਰਨੀ, ਸੇਵਾ ਸੱਚੇ ਪਾਤਸ਼ਾਹ ਲੈਂਦੇ ਰਹਿਣ। ਇਹ ਵੀ ਬੰਦੇ ਨੇ ਥੋੜ੍ਹਾ ਕਰ ਲੈਣੀ ਜੀ, ਮਹਾਰਾਜ ਕਰਵਾਉਣ ਤੇ ਤਾਂ ਹੋ ਸਕਦਾ ਹੈ। ਸੰਗਤ ਦੀਆਂ ਆਦਮੀ ਅਸੀਸਾਂ ਲਵੇ, ਪ੍ਰੇਮ ਨਾਲ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂ ਜੀ ਦਾ ਜਸ ਗਾਵੇ, ਗਰੀਬ ਨਿਮਾਣਾ ਬਣ ਕੇ ਗਾਵੇ ਵੀ ਮਹਾਰਾਜ ਮੈਨੂੰ ਬਖਸ਼ ਲੈਣ ਜੀ, ਸੱਚੇ ਪਾਤਸ਼ਾਹ ਮੈਨੂੰ ਬਖਸ਼ ਲੈਣ ਜੀ।
ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ, ਗੁਰ ਸੇਵਾ ਤੇ ਮਨ ਪਤੀਆ। ਇਹਨੇ ਮਨ ਨੇ ਤਾਂ ਟਿਕਣਾ ਜੇ ਗੁਰੂ ਦੀ ਸੇਵਾ ਕਰੋਗੇ। ਤੇ ਗੁਰੂ ਦੀ ਸੇਵਾ ਆਪਣਾ ਰਾਂਝਾ ਰਾਜੀ ਕਰਨ ਵਾਸਤੇ ਨਹੀਂ ਕਰਨੀ, ਗੁਰੂ ਜੀ ਦੀ ਖੁਸ਼ੀ ਲੈਣ ਵਾਸਤੇ ਗੁਰੂ ਕੀ ਸੇਵਾ ਕਰਨੀ ਹੈ ਜੀ। ਕਈ ਵਾਰ ਲੋਕ ਟਾਈਮ ਪਾਸ ਕਰਨ ਵਾਸਤੇ ਵੀ ਸੇਵਾ ਕਰਦੇ ਜੀ। ਘਰ ਵੇਲਿਆਂ ਜੀ ਨਹੀਂ ਲੱਗਦਾ ਜੀ, ਚਲੋ ਗੁਰਦੁਆਰੇ ਘੜੀ ਝਾੜੂ ਫੇਰ ਆਈਏ, ਘੜੀ ਭਾਂਡੇ ਮਾਂਜ ਜਾਈਏ ਜੀ। ਜਾਂ ਆਪਣੀਆਂ ਲੋੜਾਂ ਨੂੰ ਮੁੱਖ ਰੱਖ ਕੇ ਲੋਕੀ ਜਾ ਕੇ ਕਰਦੇ ਆ। ਪਰ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਗੁਰੂ ਦੀ ਸੇਵਾ ਗੁਰੂ ਦੀ ਖੁਸ਼ੀ ਲੈਣ ਵਾਸਤੇ ਕਰਨੀ ਹੈ ਜੀ। ਤੇ ਜਦੋਂ ਗੁਰੂ ਜੀ ਪ੍ਰਸੰਨ ਹੋ ਜਾਂਦੇ ਫਿਰ ਕੀ ਹੁੰਦਾ ਜੀ? ਗੁਰ ਜਿਨ ਕੋ ਸੋ ਪ੍ਰਸੰਨ ਮਾਨ ਅਭਿਮਾਨ ਨਿਵਾਰੈ। ਜਿਨ ਕੋ ਗੁਰ ਸੋ ਪ੍ਰਸੰਨ ਸ਼ਬਦ ਲਗ ਭਵ ਜਲ ਤਾਰੈ। ਜਿਹਦੇ ਉੱਤੇ ਗੁਰੂ ਖੁਸ਼ ਹੋ ਗਏ, ਪ੍ਰਸੰਨ ਹੋ ਗਏ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਕੀਆਂ ਖੁਸ਼ੀਆਂ ਲਈਆਂ ਉਹਨਾਂ ਨੂੰ ਪੁੱਛ ਲਓ ਜਾ ਕੇ, ਕਿਤੇ ਸਲਾਹ ਤੇ ਕਰੋ ਉਹਨਾਂ ਦੇ ਨਾਲ ਕਿ ਗੁਰੂ ਕੀ ਸੇਵਾ ਤੇ ਗੁਰੂ ਕੀ ਖੁਸ਼ੀ ਦੇ ਵਿੱਚੋਂ ਕੀ ਕੁਝ ਮਿਲਦਾ ਜੀ, ਕੀ ਕੁਝ ਮਿਲਦਾ। ਚੋਰ ਚੋਰੀ ਕਰਨ ਵਾਸਤੇ ਕੋਈ ਥਾਂ ਲੱਭਦੇ ਫਿਰਦੇ ਸੀ ਤੇ ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਗੁਰੂ ਮਹਾਰਾਜ ਦਾ ਸਿੱਖ ਭਾਈ ਮਹਿੰਗਾ, ਇਹ ਲਾਂਗਰੀ ਸੀ ਗੁਰੂ ਅਮਰਦਾਸ ਸਾਹਿਬ ਜੀ ਦਾ, ਗੋਇੰਦਵਾਲ ਸਾਹਿਬ ਜੀ। ਤੇ ਗੁਰੂ ਮਹਾਰਾਜ ਨੇ ਹੁਕਮ ਕੀਤਾ ਸੀ ਵੀ ਭਾਈ ਮਹਿੰਗੇ ਭੋਜਨ ਪ੍ਰਸ਼ਾਦਾ ਜਦੋਂ ਸਾਰੀ ਸੰਗਤ ਛਕ ਲਵੇ ਤੇ ਜਿਹੜਾ ਵਧੇ ਉਹ ਗੋਇੰਦਵਾਲ ਸਾਹਿਬ ਦੇ ਗਲੀਆਂ ਬਾਜ਼ਾਰਾਂ ਵਿੱਚ ਜਿਹੜੀਆਂ ਗਾਵਾਂ ਨੇ, ਅਵਾਰਾ ਪਸ਼ੂ ਨੇ ਜਾਂ ਕੂਕਰ ਨੇ, ਉਹਨਾਂ ਨੂੰ ਪਾਉਣਾ। ਜੇ ਉਹਨਾਂ ਤੋਂ ਵੀ ਵੱਧ ਜਾਵੇ ਤੇ ਫਿਰ ਬਿਆਸ ਦਰਿਆ ਦੇ ਵਿੱਚ ਜਾ ਕੇ ਪਾਉਣਾ। ਜਿਹੜੇ ਪਾਣੀ ਵਿੱਚ ਜੀ ਜੰਤੂ ਆ ਨਾ ਉਹ ਛਕ ਲੈਣਗੇ ਜੀ। ਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਭਾਈ ਮਹਿੰਗਾ ਵਧਿਆ ਹੋਇਆ ਲੰਗਰ ਦਰਿਆ ਵਿੱਚ ਪਾਉਣ ਵਾਸਤੇ ਗਿਆ ਜੀ। ਤੇ ਚੋਰ ਚੋਰੀ ਕਰਨ ਵਾਸਤੇ ਆ ਰਹੀ, ਤੇ ਉਦੋਂ ਚੋਰਾਂ ਨੇ ਸਕੀਮ ਬਣਾਈ ਗੁਰੂ ਘਰ ਵਿੱਚ ਚੋਰੀ ਕਰਨ ਦੀ ਜੀ। ਗੁਰੂ ਘਰ ਵਿੱਚ ਉਹਨਾਂ ਨੇ ਸਕੀਮ ਇਹ ਬਣਾਈ ਸੀ ਵੀ ਆਪਾਂ ਐਵੇਂ ਲੋਕਾਂ ਦੇ ਨਿੱਕੇ ਨਿੱਕੇ ਘਰ ਲੁੱਟਦੇ ਫਿਰਦੇ ਹਾਂ ਤੇ ਉਹ ਉਹਨਾਂ ਕੁ ਸਮਾਨ ਹੁੰਦਾ, ਅਗਲੇ ਦਿਨ ਫਿਰ ਮੁੱਕ ਜਾਂਦਾ। ਗੁਰੂ ਮਹਾਰਾਜ ਦੇ ਘਰ ਭੰਡਾਰੇ ਭਰੇ ਪਏ, ਖੁੱਲ੍ਹਾ ਮਾਲ ਚੁੱਕ ਕੇ ਲਿਆਈਏ। ਹਾਂਜੀ, ਪਤਾ ਨਹੀਂ ਉਹਨਾਂ ਦਾ ਵੀ ਕੋਈ ਪਿਛਲਾ ਪੁੰਨ ਹੀ ਜਾਗਿਆ, ਵੇਖੋ ਕਿਸੇ ਬਹਾਨੇ ਨਾਲ ਆਏ। ਜਦੋਂ ਆ ਰਹੇ ਸੀ ਨਾ ਤੇ ਅੱਗੋਂ ਸਤਿਨਾਮ ਵਾਹਿਗੁਰੂ ਜਪਦਾ, ਸਿਰ ਤੇ ਟੋਕਰਾ ਚੁੱਕਿਆ, ਇੱਕ ਬੰਦੇ ਦੀ ਆਵਾਜ਼ ਸੁਣੀ ਉਹਨਾਂ ਹਨੇਰੇ ਦੇ ਵਿੱਚ ਜੀ। ਜੰਗਲੀ ਇਲਾਕਾ ਸੀ ਤੇ ਉਹਨਾਂ ਨੇ ਉਹਨੂੰ ਪੁੱਛਿਆ ਵੀ ਤੂੰ ਕੌਣ ਹੈ? ਉਹ ਕਹਿੰਦਾ ਮੈਂ ਗੁਰੂ ਜੀ ਦਾ ਸੇਵਾਦਾਰ, ਗੁਰੂ ਘਰ ਦਾ ਲਾਂਗਰੀ। ਇੱਧਰ ਕਿੱਧਰ ਚੱਲਿਆ? ਉਹ ਕਹਿੰਦਾ ਗੁਰੂ ਮਹਾਰਾਜ ਦਾ ਹੁਕਮ ਹੈ ਵਧੇ ਪ੍ਰਸ਼ਾਦੇ ਜਿਹੜੇ ਆ ਬਿਆਸ ਦਰਿਆ 'ਚ ਪਾਉਣੇ ਆ। ਕਦੋਂ ਕੁ ਮੁੜੇਗਾ? ਕਹਿਣ ਲੱਗਾ ਮੈਂ ਪ੍ਰਸ਼ਾਦੇ ਦਰਿਆ 'ਚ ਪਾ ਕੇ ਤੇ ਛੇਤੀ ਮੋੜ ਆਉਣਾ। ਤੇ ਚੋਰਾਂ ਨੇ ਸੋਚਿਆ ਵੀ ਆਪਾਂ ਕਰਨੀ ਚੋਰੀ, ਤੇ ਉਹ ਕੋਈ ਲੰਮਾ ਚੌੜਾ ਕੰਮ ਤੇ ਉਹਨਾਂ ਦਾ ਹੁੰਦਾ ਨਹੀਂ, ਛੇਤੀ ਛੇਤੀ ਦਾ ਹੀ ਮਾਰਨਾ ਜੀ ਮਿੰਟਾਂ ਸਕਿੰਟਾਂ 'ਚ। ਜਦੋਂ ਆਪਾਂ ਚੋਰੀ ਕਰਕੇ ਮੁੜੇ, ਇਹਨੇ ਅੱਗੋਂ ਫੇਰ ਤੁਰੇ ਆਉਂਦੇ ਹੋਣਾ, ਇਹਨੂੰ ਪਤਾ ਲੱਗ ਜਾਣਾ ਜੀ ਤੇ ਇਹ ਤੇ ਆਪਾਂ ਨੂੰ ਫਸਾ ਦੇਗਾ। ਤੇ ਉਹਨਾਂ ਨੇ ਸਲਾਹ ਕੀਤੀ ਵੀ ਆਪਾਂ ਪਹਿਲਾਂ ਇਹਦਾ ਹੀ ਕੁਝ ਨਾ ਕੁਝ ਕਰੀਏ ਜੀ। ਇਹ ਬੜੇ ਬੇਰਹਿਮ ਹੁੰਦੇ ਜੀ, ਜਿਹੜੇ ਚੋਰ ਹੁੰਦੇ ਆ ਨਾ ਜੀ, ਬੜੇ ਬੇਰਹਿਮ ਹੁੰਦੇ ਆ। ਜਦੋਂ ਇਹ ਫੜੇ ਜਾਂਦੇ ਫਿਰ ਇਹਨਾਂ ਤੇ ਵੀ ਕੋਈ ਰਹਿਮ ਨਹੀਂ ਜੇ ਕਰਦਾ ਜੀ, ਕੋਈ ਨਹੀਂ ਰਹਿਮ ਇਹਨਾਂ ਤੇ ਕਰਦਾ। ਚੋਰ ਦੀ ਹਾਮਾ ਕੋਈ ਭਰਦਾ ਹੀ ਨਹੀਂ ਜੀ। ਏਡੇ ਬੇਰਹਿਮ ਚੋਰ, ਇਹਨਾਂ ਨੇ ਨਾ ਜੀ ਟੋਆ ਪੁੱਟਿਆ ਜੀ। ਟੋਆ ਪੁੱਟ ਕੇ ਤੇ ਇੱਥੋਂ ਤੱਕ ਭਾਈ ਮਹਿੰਗਾ ਜੀ ਨੂੰ ਧਰਤੀ 'ਚ ਨੱਪ ਦਿੱਤਾ ਜੀ ਇਹਨਾਂ ਨੇ ਜੀ, ਵੀ ਇਹ ਸਾਡੇ ਮਗਰ ਨਾ ਆ ਸਕੇ। ਜਦੋਂ ਇਹਨਾਂ ਨੇ ਗੁਰੂ ਘਰ ਆ ਕੇ ਕੋਈ ਭਾਂਡੇ ਸਮਾਨ ਚੁੱਕਿਆ ਨਾ ਜੀ, ਤੁਰਨ ਲੱਗੇ, ਐਸੀ ਕਲਾ ਵਰਤੀ, ਕੋਈ ਇਹਨਾਂ ਦੇ ਭਾਗਾਂ ਦੀ ਖੇਡ, ਕੋਈ ਇਹਨਾਂ ਦੇ ਕਰਮ, ਕੋਈ ਪਿਛਲੇ ਚੰਗੇ ਅੱਗੇ ਆ ਗਏ, ਇਹਨਾਂ ਨੂੰ ਦਿਸਣੋਂ ਹਟ ਗਿਆ ਜੀ। 2-3 ਵਾਰ ਇਹਨਾਂ ਨੇ ਪਰਤਾਇਆ, ਜਦੋਂ ਵੀ ਤੁਰਨ ਲੱਗਣ ਦਿਸਣੋਂ ਹਟਦੇ ਜੀ। ਫਿਰ ਇਹਨਾਂ ਨੇ
ਮਨ ਵਿੱਚ ਭੈ ਮੰਨਿਆ ਜੀ। ਫਿਰ ਇਹਨਾਂ ਨੇ ਉੱਚੀ ਉੱਚੀ ਬੋਲਿਆ, ਦੱਸਿਆ ਵੀ ਅਸੀਂ ਚੋਰ ਹਾਂ, ਅਸੀਂ ਚੋਰ, ਅਸੀਂ ਚੋਰ। ਡਰ ਗਏ, ਭੈ ਵਿੱਚ ਆ ਗਏ। ਸਿੱਖ ਜਾਗੇ, ਉਹਨਾਂ ਨੇ ਇਹਨਾਂ ਨੂੰ ਫੜਿਆ, ਘੇਰਿਆ। ਜਦੋਂ ਵਾਹਵਾ ਰੌਲਾ ਰੱਪਾ ਪਿਆ ਜਥੇਦਾਰ ਜੀ, ਜਦੋਂ ਵਾਹਵਾ ਰੌਲਾ ਰੱਪਾ ਪਿਆ ਨਾ ਜੀ, ਤੇ ਮਹਾਰਾਜ ਤੱਕ ਵੀ ਖਬਰ ਪਹੁੰਚੀ, ਗੁਰੂ ਅਮਰਦਾਸ ਸਾਹਿਬ ਤੱਕ ਮਹਾਰਾਜ ਆਏ। ਮਹਾਰਾਜ ਕਹਿੰਦੇ ਭਾਈ ਇੰਨਾ ਰੌਲਾ ਰੱਪਾ, ਕਹਿੰਦੇ ਮਹਾਰਾਜ ਚੋਰ ਪਕੜੇ ਨੇ। ਗੁਰੂ ਮਹਾਰਾਜ ਦੇ ਘਰ ਦਾ ਸਮਾਨ ਭਾਂਡੇ ਲੈ ਕੇ ਜਾ ਰਹੇ ਸਨ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਚੋਰੀ ਨਹੀਂ ਕਰੀਦੀ ਹੁੰਦੀ, ਇਹ ਮਾੜਾ ਕੰਮ ਹੈ, ਚੋਰੀ ਨਹੀਂ ਕਰੀਦੀ, ਜਾਓ ਆਪਣੇ ਘਰਾਂ ਨੂੰ। ਉਹ ਕਹਿੰਦੇ ਸੱਚੇ ਪਾਤਸ਼ਾਹ ਅਸਾਂ ਨਿਰੀ ਚੋਰੀ ਨਹੀਂ ਕੀਤੀ, ਅਸੀਂ ਬਹੁਤ ਵੱਡਾ ਪਾਪ ਕੀਤਾ, ਅਸੀਂ ਤੁਹਾਡੇ ਸਿੱਖ ਨੂੰ ਮਿੱਟੀ ਵਿੱਚ ਨੱਪ ਆਏ ਹਾਂ। ਗੁਰੂ ਜੀ ਕਹਿੰਦੇ ਗੁਰਮੁਖੋ ਕਿਹੜਾ ਸਿੱਖ? ਤੇ ਸਿੱਖਾਂ ਦੱਸਿਆ ਮਹਾਰਾਜ ਭਾਈ ਮਹਿੰਗਾ ਜਾਂਦਾ ਹੁੰਦਾ ਪ੍ਰਸ਼ਾਦੇ ਪਾਉਣ। ਜਦੋਂ ਭਾਈ ਮਹਿੰਗੇ ਦਾ ਨਾਮ ਸੁਣਿਆ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਬੜਾ ਮਹਿਸੂਸ ਕੀਤਾ ਵੀ ਉਹ ਤੇ ਬਹੁਤ ਹੀ ਸੇਵਾ ਦੇ ਵਿੱਚ ਰੰਗਿਆ ਪਿਆ ਦਿਨ ਰਾਤ। ਤੇ ਸਤਿਗੁਰੂ ਜੀ ਆਪਣੇ ਸਿੱਖ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦੇ ਜੀ। ਮਹਾਰਾਜ ਛੇਤੀ ਦੇ ਨਾਲ ਉਹਨਾਂ ਨੂੰ ਲੈ ਕੇ ਉੱਥੇ ਪਹੁੰਚੇ ਜਿੱਥੇ ਭਾਈ ਮਹਿੰਗੇ ਨੂੰ ਮਿੱਟੀ ਵਿੱਚ ਨੱਪਿਆ ਸੀ। ਮਹਾਰਾਜ ਨੇ ਮਿੱਟੀ ਪਾਸੇ ਕਰਾਈ, ਬਾਹਰ ਕੱਢਿਆ। ਸਰੀਰ ਸੁੰਨ ਹੋਇਆ ਪਿਆ ਸੀ ਭਾਈ ਜੀ ਦਾ। ਗੁਰੂ ਸਾਹਿਬ ਨੇ ਮਾਲਸ਼ ਕਰਨ ਵਾਸਤੇ ਸਿੱਖ ਲਾਏ ਵੀ ਛੇਤੀ ਛੇਤੀ ਪੈਰਾਂ ਦੀਆਂ ਤਲੀਆਂ ਮਲੋ, ਹੱਥ ਮਲੋ, ਨੱਪੋ ਕੁੱਟੋ। ਕੁਝ ਸਮੇਂ ਬਾਅਦ ਭਾਈ ਮਹਿੰਗਾ ਜੀ ਦੇ ਸਰੀਰ ਵਿੱਚ ਸੁਚੇਤਪਣਾ ਆਇਆ। ਵੇਖਿਆ ਮਹਾਰਾਜ ਲਾਗੇ ਖੜੇ ਨੇ, ਛੇਤੀ ਨਾਲ ਚਰਨਾਂ ਤੇ ਸੀਸ ਰੱਖਿਆ, ਮੱਥਾ ਟੇਕਿਆ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਭਾਈ ਮਹਿੰਗੇ, ਇਹਨਾਂ ਬੰਦਿਆਂ ਨੇ, ਚੋਰਾਂ ਨੇ ਬਹੁਤ ਵੱਡਾ ਪਾਪ ਕੀਤਾ ਏ। ਤੈਨੂੰ ਜੀਂਦੇ ਨੂੰ ਇਹਨਾਂ ਨੇ ਮਿੱਟੀ ਵਿੱਚ ਨੱਪ ਦਿੱਤਾ, ਬੇਕਸੂਰ ਨੂੰ। ਹੁਣ ਤੂੰ ਦੱਸ ਇਹਨਾਂ ਨੂੰ ਸਜ਼ਾ ਕੀ ਦਈਏ? ਗੁਰਮੁਖੋ ਸਿੱਖ ਬਣਨਾ ਕੋਈ ਸੌਖੀ ਗੱਲ ਨਹੀਂ। ਹਾਂਜੀ, ਜਿਹੜਾ ਹੁਣ ਸਾਡਾ ਢੰਗ ਤਰੀਕਾ ਆਪਣੇ ਆਪ ਹੀ ਆਪਣਾ ਮਨ ਖੁਸ਼ ਕਰਨਾ ਜੀ। ਹਾਂਜੀ, ਆਪੇ ਆਪਾਂ ਕਈ ਕੁਝ ਬਣੇ ਫਿਰਦੇ ਹਾਂ ਨਾ ਜੀ। ਭਾਈ ਮਹਿੰਗਾ ਜਦੋਂ ਗੁਰੂ ਜੀ ਨੇ ਪੁੱਛਿਆ ਦੱਸ ਵੀ ਕੀ ਸਜ਼ਾ ਦਈਏ, ਭਾਈ ਮਹਿੰਗਾ ਕਹਿਣ ਲੱਗਾ ਸੱਚੇ ਪਾਤਸ਼ਾਹ ਕਿਸੇ ਦਾ ਜੀ ਕਰਦਾ ਰਾਤ ਨੂੰ ਠੇਡੇ ਖਾਣ। ਇਹ ਰਾਤ ਚੋਰੀ ਕਰਨ ਵਾਸਤੇ ਜਾਂਦੇ ਆ, ਕੀ ਪਤਾ ਕਿੱਥੇ ਜਾਨ ਫਸ ਜਾਣੀ, ਹਰ ਵੇਲੇ ਡਰਦੇ ਨੇ। ਇਹ ਮਹਾਰਾਜ ਭੁੱਖ ਦੇ ਸਤਾਏ ਹੋਏ, ਇਹਨਾਂ ਦੇ ਘਰ ਧਨ ਪਦਾਰਥ ਨਹੀਂ ਹੈਗਾ। ਸਾਰੀ ਰਾਤ ਵਿਚਾਰੇ ਧੱਕੇ ਖਾਂਦੇ ਫਿਰਦੇ ਆ, ਕਦੀ ਕਿਤੇ ਕਦੀ ਕਿਤੇ। ਤੇ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਬੇਨਤੀ ਪ੍ਰਵਾਨ ਕਰੋ, ਇਹਨਾਂ ਨੂੰ ਧਨ ਦੇ ਖੁੱਲ੍ਹੇ ਗੱਫੇ ਦਿਓ, ਇਹਨਾਂ ਨੂੰ ਚੋਰੀ ਕਰਨੀ ਨਾ ਪਵੇ। ਕਹਿਣ ਲੱਗਾ ਜੀ ਹੁਣ ਤੁਸੀਂ ਸੋਚੋ ਵੀ ਜੇ ਆਪਣੇ ਵਰਗਾ ਕੋਈ ਹੋਵੇ ਤੇ ਕੀ ਆਂਦਾ ਜੀ ਉੱਥੇ। ਹਾਂਜੀ, ਸਿੱਖ ਬਣਨਾ ਕੋਈ ਸੌਖੀ ਖੇਡ ਹੈ ਜੀ? ਕਿੱਡੀ ਵੱਡੀ ਸਿੱਖ ਦੀ ਅਵਸਥਾ ਜੀ। ਆਪਣਾ ਵਰਗਾ ਕੋਈ ਹੋਵੇ ਤੇ ਮੈਨੂੰ ਤੇ ਕਹਿਣ ਦੀ ਲੋੜ ਹੀ ਨਹੀਂ ਵੀ ਕੀ ਕਹਿਣਾ ਚਾਹੀਦਾ, ਤੁਹਾਨੂੰ ਪਤਾ ਹੀ ਆ। ਪਰ ਧੰਨ ਭਾਈ ਮਹਿੰਗਾ ਕਹਿੰਦਾ ਸੱਚੇ ਪਾਤਸ਼ਾਹ ਇਹਨਾਂ ਦੇ ਘਰ ਰੋਟੀ ਖਾਣ ਨੂੰ ਨਹੀਂ ਹੈਗੀ। ਇਹ ਗਰੀਬੀ ਦੇ ਸਤਾਏ ਹੋਏ ਲੋਕਾਂ ਦੇ ਘਰਾਂ 'ਚ ਰਾਤ ਨੂੰ ਚੋਰੀ ਕਰਦੇ ਆ। ਜੇ ਇਹਨਾਂ ਦੇ ਘਰ ਕੁਝ ਹੋਵੇ ਤੇ ਵੀ ਰਾਤ ਨੂੰ ਆਰਾਮ ਨਾਲ ਸੌਣ, ਸੁੱਖ ਮਾਨਣ। ਤੇ ਮਹਾਰਾਜ ਜੇ ਤੁਸੀਂ ਮੈਨੂੰ ਪੁੱਛਿਆ ਨਾ ਤੇ ਫਿਰ ਕਿਰਪਾ ਕਰੋ ਸੱਚੇ ਪਾਤਸ਼ਾਹ ਇਹਨਾਂ ਨੂੰ ਮਾਇਆ ਦੇ ਖੁੱਲ੍ਹੇ ਗੱਫੇ ਬਖਸ਼ੋ, ਇਹਨਾਂ ਨੂੰ ਲੋੜ ਹੀ ਨਾ ਪਵੇ ਚੋਰੀ ਦੀ। ਮਹਾਰਾਜ ਕਹਿੰਦੇ ਭਾਈ ਮਹਿੰਗਿਆ ਤੂੰ ਕੀ ਆਖਣ ਡਿਆ ਏ? ਇਹਨਾਂ ਤੇਰੇ ਨਾਲ ਏਡਾ ਬੁਰਾ ਕੀਤਾ ਤੇ ਤੂੰ ਆਨਾ ਇਹਨਾਂ ਨੂੰ ਧਨ ਦੇ ਗੱਫੇ ਦਿਓ। ਮਹਾਰਾਜ ਕਹਿੰਦੇ ਨਹੀਂ, ਦੱਸ ਇਹਨਾਂ ਨੂੰ ਕੀ ਸਖਤ ਸਜ਼ਾ ਦਈਏ? ਕਹਿੰਦਾ ਸੱਚੇ ਪਾਤਸ਼ਾਹ ਜੇ ਹੋਰ ਕਿਰਪਾ ਕਰਨੀ ਜੇ ਨਾ ਤਾਂ ਹੁਣ ਇਹਨਾਂ ਨੇ ਤੁਹਾਡੇ ਦਰਸ਼ਨ ਕਰ ਲਿਆ, ਇਹਨਾਂ ਨੂੰ ਜਮਾਂ ਦੇ ਵਸ ਨਾ ਪੈਣ ਦਿਓ, ਇਹਨਾਂ ਦਾ ਜੰਮਣ ਮਰਨ ਹੀ ਕੱਟ ਦਿਓ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ ਵੀ ਇਹ ਨਰਕਾਂ ਵਿੱਚ ਪੈ ਰਹੇ ਨੇ, ਫਿਰ ਦਰਸ਼ਨਾਂ ਦਾ ਕਿਆ ਫਾਇਦਾ ਹੋਇਆ? ਮਹਾਰਾਜ ਇਹਨਾਂ ਨੂੰ ਬਖਸ਼ ਦਿਓ, ਇਹਨਾਂ ਦਾ ਜੰਮਣ ਮਰਨ ਹੀ ਕੱਟ ਦਿਓ। ਮਹਾਰਾਜ ਨੇ ਨਹੀਂ ਵੇਖਿਆ ਵੀ ਮਹਿੰਗਾ ਮਿੱਟੀ ਨਾਲ ਲਿਬੜਿਆ ਜੀ, ਕੁੱਟ ਕੇ ਮਹਾਰਾਜ ਨੇ ਗਲ ਨਾਲ ਲਾ ਲਿਆ ਜੀ। ਮਹਾਰਾਜ ਕਹਿੰਦੇ ਮਹਿੰਗਿਆ
तेरा नाम महंगा। ते इधर गुरु की सिक्खी भी बड़ी महंगी आ। तो महाराज कहते तू महंगे भाई लै ली आ, अपनी परवाह नहीं की, गुरु वाले पासे नूं मुख रखिया। चंगा भाई महंगिया, फिर जे तू कहना ना फिर इन्हों तन देगा, फिर भी देते तो इन्हों का लोक परलोक भी मारे कहते सफल कर दिता। आखो गज के धन गुरु अमरदास। एडी एडी अवस्था वाले सिख गुरु साहब जी के चरणों च सेवा करते सीगे जी। भाव ब्रह्म ज्ञान की अवस्था वाले सिख गुरु महाराज के सेवादार सन जी। तो गुरु साहब किन्ने क वड्डे होणगे, इहदा तो कोई अंत ही नहीं है जी। गुरु अमरदास की अकथ कथा है, एक जिही कछ कही न जाई। जिस गुरु दे कोल एडे एडे अवस्था वाले सिख ने, हाँ जी, तो आप गुरु किस तरह के होणगे, ये गुरु साहब ही जानते आ। असां तो गुरु साहब की सिफत करनी सुननी है, तो हाथ जोड़ के गुरु महाराज के चरणों ते मत्था टेकना। यही बेनती करनी सच्चे पातशाह जैसे कैसे तुहाडे सानू गरीबां नू अपने बनाई रखो, बख्श लो सच्चे पातशाह, अपने चरनी ला के रखो सच्चे पातशाह, गरीब नवाज सानू अपने बनाई रखो। सतगुरु जी के अवतार गुरपुरब दियां बहुत बहुत बधाइयां, बहुत बहुत बधाइयां। सच्चे पातशाह आया सफला करन तुहाडा संगतां दा। बस थोड़े मिनटां विच मैं दास फतेह बुलावांगा, फिर भाई जसबीर सिंह जी एक शब्द पढ़नगे तो छेती अरदास बेनती हो जाएगी। फिर संगतां वास्ते जल पानी तैयार है। हाँ जी, अरदास करके चलीए ना सारे, ठीक आ। फिर आप चिर नहीं लाते, छेती हो जा उदम हो जाता है। महाराज मेहर करन सच्चे पातशाह। गुर अमरदास जिन सेवयो, गुर अमरदास जिन सेवयो, गुर अमरदास जिन सेवयो। तिन दुख दरिद्र पर हर परै, तिन दुख दरिद्र पर हर, तिन दुख दरिद्र पर हर परै। तिन दुख दरिद्र पर हर परै, तिन दुख दरिद्र पर हर परै। गुर अमरदास जिन सेव, गुर अमरदास जिन, गुर अमरदास जिन सेवयो, गुर अमरदास जिन सेव, गुर अमरदास जिन, गुर अमरदास जिन सेवयो। जप तप सत संतोख, विख दर्शन गुर सिख, शरण परै ते उबरै, छोड़ जमपुर की लिख। भगत भाए भरपूर हृदय उचरै कर तारै, गुर गौहर दरियाओ पलक डुबंतह तारै। नानक कुल निमल अवतरियो, गुण करतारै उचरै। गुर अमरदास जिन सेवयो, तिन दुख दरिद्र पर हर परै। सोठ महला पंजवा। गुर का शब्द रखवारे, चौकी चौगिरद हमारे। गुर का शब्द रखवारे, चौकी चौगिरद हमारे। राम नाम मन लागा, जमल जाए कर भागा। राम नाम मन लागा, जमल जाए कर भागा।
प्रभ जी तू मेरो सुख दाता, प्रभ जी तू मेरो सुख दाता। प्रभ जी तू मेरो सुख दाता, प्रभ जी तू मेरो सुख दाता। प्रभ जी तू मेरो सुख दाता, प्रभ जी तू मेरो सुख दाता। बंधन काट करे मन निर्मल, पूरन पुरख विदाता। बंधन काट करे मन निर्मल, पूर्ण पुरख विदाता। बंधन काट करे मन निर्मल, पूर्ण पुरख विदाता। बंधन काट करे मन निर्मल, पूर्ण पुरख विदाता। रहाओ नानक प्रभ अविनाशी, ताकि सेव न बिरथे जासी। नानक प्रभ अविनाशी, ताकि सेव न बिरथी जासी। आनंद करहे तेरे दासा, जप पूरन होई आसा। आनंद करहे तेरे दासा, जप पूरन होई आसा। जप पूरन होई आसा, जप पूरन होई। जप जप वाहिगुरु 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 जप पूरन होई आसा, जप पूरन होई, जप पूरन होई आसा, जप पूरन होई आसा, जप पूरन होई, जप पूरन होई आसा, जप पूरन होई। धरासरी महला पंजवा। औखी घड़ी न देखण देई, अपना बिरद संभाले। औखी घड़ी न देखण देई, अपना बिरद संभाले। हाथ दे राखे अपने को साथ साथ व्रत पाले। हाथ दे राखे अपने को साथ साथ व्रत पाले। प्रभ स्यों लाग रहो मेरा चीत, प्रभ स्यों लाग रहो मेरा चीत।
ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਪ੍ਰਭ ਸਿਉ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਰਹਾਉ ਮਨ ਬਿਲਾਸ ਪੈ ਸਾਹਿਬ ਕੇ, ਅਚਰਜ ਦੇਖ ਵਡਾਈ। ਮਨ ਬਿਲਾਸ ਪੈ ਸਾਹਿਬ ਕੇ, ਅਚਰਜ ਦੇਖ ਵਡਾਈ। ਮਨ ਬਿਲਾਸ ਪੈ ਸਾਹਿਬ ਕੇ, ਅਚਰਜ ਦੇਖ ਵਡਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਹਰ ਸਿਮਰ ਸਿਮਰ ਆਨੰਦ ਕਰ ਨਾਨਕ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਹਰ ਸਿਮਰ ਸਿਮਰ ਆਨੰਦ ਕਰ ਨਾਨਕ। ਪ੍ਰਭ ਪੂਰਨ ਪੈਜ ਰਖਾਈ, ਪ੍ਰਭ ਪੂਰਨ ਪੈਜ ਰਖਾਈ। ਪ੍ਰਭ ਪੂਰਨ ਪੈਜ ਰਖਾਈ, ਪ੍ਰਭ ਪੂਰਨ ਪੈਜ ਰਖਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਧਿਆਨ ਨਾਲ ਸਾਵਧਾਨੀ ਨਾਲ ਬਾਣੀ ਪੜ੍ਹੀਏ ਤੇ ਸੁਣੀਏ, ਸਮੱਤ ਮਿਲਦੀ ਹੈ। ਸ਼ਬਦ ਦੀ ਸੰਪੂਰਨਤਾਈ ਦੀ ਪੰਕਤੀ, ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਮਾਰੇ ਕਹਿੰਦੇ ਜਪਣ ਦੇ ਨਾਲ ਆਸਾ ਪੂਰੀ ਹੋਣੀ ਹੈ। ਜੇ ਜਪੇਗਾ ਤਾਂ ਆਸਾ ਪੂਰੀ ਹੋਣੀ ਹੈ ਜੀ। ਤੇ ਜਪਣ ਤੋਂ ਆਪਾਂ ਸਾਰੇ ਚਾਲੂ ਹੈਗੇ ਜੀ। ਜਪਿਆ ਜਪਾਇਆ ਨੇ ਮਿਲ ਜਾਵੇ ਜੀ। ਹਾਂਜੀ, ਜਪਿਆ ਜਪਾਇਆ। ਜਪ ਫਿਰ ਗੱਲ ਬਣਨੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ। ਹੁਣ ਅਗਲੇ ਸ਼ਬਦ ਦੀ ਸੰਪੂਰਨਤਾਈ ਤੇ ਵੀ ਗੁਰੂ ਸਾਹਿਬ ਕਹਿੰਦੇ, ਹਰ ਸਿਮਰ ਸਿਮਰ ਆਨੰਦ ਕਰ ਨਾਨਕ। ਹਾਂਜੀ, ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਵੀ ਸਿਮਰਨ ਕਰ ਤੇ ਆਨੰਦ ਮਾਣ ਮਾਰੇ। ਕਹਿੰਦੇ ਵੇਖੀ ਨਾਮ ਜਪ, ਰੱਬ ਤੇਰੀ ਪੂਰੀ ਇੱਜ਼ਤ ਰੱਖੇਗਾ, ਪੂਰੀ ਪਰਮੇਸ਼ਰ ਪੈਜ ਰੱਖੇਗਾ। ਇਸ ਵਾਸਤੇ ਇਹਨਾਂ ਬਚਨਾਂ ਨੂੰ ਬੜੇ ਧਿਆਨ ਨਾਲ ਪੜ੍ਹਨਾ, ਗਾਵਣਾ, ਵਿਚਾਰਨਾ ਤੇ ਸੁਣਨਾ ਚਾਹੀਦਾ ਏ। ਗੁਰੂ ਜੀ ਦਾ ਹੁਕਮ ਹੈ ਸਾਨੂੰ। ਹਾਂਜੀ, ਤੇ ਮਹਾਰਾਜ ਕਹਿੰਦੇ ਵੀ ਇਹ ਕੰਮ ਕੀਤਿਆਂ ਗੱਲ ਬਣਨੀ ਜੇ ਤੁਹਾਡੀ। ਖੂਬ ਸਿਮਰਨ ਕਰਿਆ ਕਰੋ, ਜਪਿਆ ਕਰੋ। ਹੈ ਜ਼ਿੰਦਗੀ ਦਾ ਸਭ ਤੋਂ ਵੱਡਾ ਲਾਭ ਹੈ, ਵੱਡਾ ਫਾਇਦਾ ਇਹੀ ਹੈ। ਬਾਕੀ ਜੋ ਕੁਝ ਵੀ ਤੁਸੀਂ ਕੀਤਾ ਜੇ ਕਰ ਰਹੇ ਜੇ, ਇਹਦਾ ਕੋਈ ਵੀ ਲਾਭ ਨਹੀਂ ਜਾਏਗਾ। ਕਿਉਂ? ਹੁਣ ਵੇਖੋ, ਘਰ ਤੁਸੀਂ ਸਾਰਾ ਦਿਨ ਖਪਦੇ ਜੇ, ਕਦਰ ਤੇ ਕੋਈ ਪਾਉਂਦਾ ਨਹੀਂ ਗਾ ਜੀ। ਦੱਸਦੇ ਨਹੀਂ ਗੇ, ਭੱਜੇ ਫਿਰੋ ਜੀ, ਕਰੀ ਚੱਲੋ ਤੇ ਠੀਕ ਆ। ਘੜੀ ਸੁੱਖ ਸ਼ਾਂਤੀ ਨਾਲ ਲੰਘ ਜਾਏਗੀ, ਨਾ ਕਰੋਗੇ ਤੇ ਫਿਰ ਚੱਲਣ ਦਿਓ ਦੂਜਾ ਪੈਰਾ ਜੀ। ਹਾਂਜੀ, ਕੁਝ ਨਹੀਂ ਪੱਲੇ ਪੈਂਦਾ ਜੀ, ਐਵੇਂ ਸਮਾਂ ਵਿਅਰਥ ਜਾਂਦਾ। ਕਦੀ ਤੁਸੀਂ ਹੁਣ ਸਾਰੇ ਜਣੇ ਸਿਆਣੇ ਸਰੀਰ ਬੈਠੇ ਹੋ, ਘਰ ਦੇ ਕੰਮ ਕੀਤਿਆਂ, ਭੱਜ ਦੌੜ ਕੀਤਿਆਂ, ਸੱਚ ਝੂਠ ਬੋਲਿਆਂ, ਕਦੀ ਆਨੰਦ ਪ੍ਰਾਪਤ ਹੋਇਆ ਤੁਹਾਨੂੰ ਕਿਸੇ ਨੂੰ ਜੀ? ਹੋਇਆ ਕਿਸੇ ਨੂੰ? ਤੇ ਗੁਰੂ ਜੀ ਕਹਿੰਦੇ ਹਰ ਸਿਮਰ ਸਿਮਰ
ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਇਹ ਤੇ ਮਾੜੀ ਜੀ ਗੱਲੋਂ ਨਾਰਾਜ਼ ਹੋ ਕੇ ਅਗਲੇ ਦੀ ਇੱਜ਼ਤ ਹੀ ਖਰਾਬ ਕਰ ਦਿੰਦੇ ਆ ਜੀ ਇਹਦੇ। ਹਾਂਜੀ, ਇਹੋ ਜਿਹੇ ਬੋਲ ਬੋਲਦੇ ਨੇ, ਐ ਖਲਾਰੇ ਪਾ ਦਿੰਦੇ ਜੀ ਸਾਰੇ ਜੀ। ਤੇ ਸੱਚੇ ਪਾਤਸ਼ਾਹ ਕਮਾਰੇ ਕਹਿੰਦੇ ਪਰਮੇਸ਼ਰ ਦਾ ਭਜਨ ਕਰਿਆ ਕਰ, ਸਿਮਰਨ ਕਰਿਆ ਕਰ, ਤੈਨੂੰ ਆਨੰਦ ਬਣੇ ਰਹਿਣਗੇ ਮਹਾਰਾਜ ਕਹਿੰਦੇ। ਆਨੰਦ ਇੱਕ ਇਹੋ ਜਿਹਾ ਸ਼ਬਦ ਆ ਜਿਹਦੇ 'ਚ ਸਾਰੀਆਂ ਖੁਸ਼ੀਆਂ ਨੇ ਜੀ, ਸਾਰੀਆਂ ਖੁਸ਼ੀਆਂ ਤੇ ਪੱਕੀਆਂ ਰਹਿਣ ਵਾਲੀਆਂ ਜੀ। ਜਿੱਥੇ ਮਹਾਰਾਜ ਨੇ ਫੁੱਲ ਬਖਸ਼ਿਸ਼ ਕਰ ਦਿੱਤੀ ਨਾ ਜੀ, ਹਾਂਜੀ, ਉੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਆਨੰਦ ਕਹਿ ਦਿੱਤਾ। ਆਨੰਦ ਆਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਐ ਹਿਰਦੇ 'ਚ ਵਸਾ ਲੈਣੇ ਚਾਹੀਦੇ ਬਚਨ, ਭੁੱਲਣ ਨਾ ਕਦੇ। ਜਪੋ ਵਾਹਿਗੁਰੂ ਦਾ ਨਾਮ ਤੇ ਆਨੰਦ ਮਾਣੋ ਜੀ। ਹੋਰ ਕਿਤਿਓਂ ਨਹੀਂ ਜੇ, ਦੁਨੀਆ ਦੇ ਵਿੱਚ ਤੇ ਕਿਤਿਓਂ ਕਿਸੇ ਕੋਲ ਨਹੀਂ ਮਿਲਣਾ, ਗੁਰੂ ਮਹਾਰਾਜ ਕੋਲ ਹੀ ਜੇ। ਜਾਂ ਜਿੱਥੇ ਮਹਾਰਾਜ ਕਿਸੇ ਦੇ ਹਿਰਦੇ 'ਚ ਵਸੇ ਨੇ ਜੀ, ਉੱਥੋਂ ਇਹ ਸੌਦਾ ਮਿਲਣਾ ਜੀ, ਹੋਰ ਕਿਤੇ ਨਹੀਂ ਹੈਗਾ ਜੀ। ਹਾਂਜੀ, ਤੇ ਪ੍ਰਤੱਖ ਮਹਾਰਾਜ ਨੇ ਗੱਲ ਲੁਕੋਈ ਕੋਈ ਨਹੀਂ। ਮਹਾਰਾਜ ਕਹਿੰਦੇ ਜਪੋ ਤੇ ਆਨੰਦ ਮਾਣੋ, ਜਪੋ ਤੇ ਆਨੰਦ ਮਾਣੋ ਜੀ। ਹਾਂਜੀ, ਤੇ ਜੇ ਹੁਣ ਆਪਾਂ ਉਂਝ ਆਖੀਏ ਤੇ ਫਿਰ ਗੱਲਾਂ ਬਾਤਾਂ ਕੰਮ ਵਾਲ ਨਹੀਂ ਹੈਗਾ ਜੀ। ਗੱਲੀ ਜੋਗ ਨਾ, ਜੋਗ ਦਾ ਅਰਥ ਹੁੰਦਾ ਜੁੜਨਾ, ਜੁੜਨਾ। ਹਾਂਜੀ, ਮਹਾਰਾਜ ਕਹਿੰਦੇ ਗੱਲਾਂ ਨਾਲ ਨਹੀਂ ਜੇ ਜੁੜਿਆ ਜਾਣਾ, ਗੱਲਾਂ ਨਾਲ ਨਹੀਂ ਜੁੜਿਆ ਜਾਣਾ। ਕਿਸ ਤਰ੍ਹਾਂ ਜੁੜਿਆ ਜਾਣਾ ਜੀ? ਜਪ ਜਪ ਕੇ। ਜਪ ਜਪ ਤੋਂ ਨਿਰੰਕਾਰ ਭਰਮ ਭਉ ਖੋਵਣਾ। ਜਪ ਜਪ ਕੇ ਜੀ ਲੱਗੇ ਰਹੋ ਤਗੜੇ ਹੋ ਕੇ। ਹਾਂਜੀ, ਨਿੱਕਾ ਜਿਹਾ ਬੱਚਾ ਪਹਿਲਾਂ ਕਹਿਤੇ ਤੋਂ ਲੱਗਦਾ ਜੀ। ਹਾਂਜੀ, ਫਿਰ ਪਹਿਲੀ ਕੱਚੀ, ਪਹਿਲੀ ਪੱਕੀ, ਦੂਜੀ ਤੀਜੀ ਕਰਦਿਆਂ ਕਰਦਿਆਂ ਕਿੱਥੇ ਪਹੁੰਚ ਜਾਂਦਾ ਜੀ। ਹਾਂਜੀ, ਕਿੱਥੇ ਪਹੁੰਚ ਜਾਂਦਾ ਆਦਮੀ। ਇਸੇ ਤਰ੍ਹਾਂ ਜਪਦਿਆਂ 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 ਫਿਰ ਆਨੰਦ ਦੀ ਪ੍ਰਾਪਤੀ ਹੁੰਦੀ ਜੇ। ਸੱਚੇ ਪਾਤਸ਼ਾਹ ਮਿਹਰ ਕਰਨ ਤੁਹਾਡੀ ਜ਼ਿੰਦਗੀ ਵਿੱਚ ਵੀ ਇਹੋ ਜਿਹਾ ਮੌਕਾ ਆਵੇ ਤੇ ਸਾਨੂੰ ਵੀ ਗੁਰੂ ਜੀ ਦੀ ਕਿਰਪਾ ਨਾਲ ਤੁਹਾਡੀਆਂ ਅਸੀਸਾਂ ਦਾ ਸਦਕਾ ਅਸੀਂ ਵੀ ਗਰੀਬ ਆਪਣੀ ਜ਼ਿੰਦਗੀ 'ਚ ਆਨੰਦ ਮਾਣੀਏ। ਗੁਰੂ ਮਹਾਰਾਜ ਸਾਰਿਆਂ 'ਤੇ ਮਿਹਰਾਂ ਕਰਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਅਵਤਾਰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ, ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਬ ਦੀਆਂ। ਦਿਆਲੂ ਮਿਹਰਬਾਨ ਸੱਚੇ ਸਤਿਗੁਰੂ ਗਰੀਬ ਨਵਾਜ ਜੀ ਦੇ ਚਰਨਾਂ 'ਚ ਸਾਰੇ ਅਰਦਾਸ ਕਰੀਏ, ਮਹਾਰਾਜ ਆਪਣਾ ਪਿਆਰ ਬਖਸ਼ੋ, ਸੱਚੇ ਪਾਤਸ਼ਾਹ ਆਪਣਾ ਪਿਆਰ ਬਖਸ਼ੋ। ਗੁਰੂ ਜੀ ਪਿਆਰ ਨਾ ਬੰਦੇ ਨੂੰ ਥੱਕਣ ਨਹੀਂ ਦਿੰਦਾ ਜੀ, ਤੇ ਨਾ ਗਿਲੇ ਸ਼ਿਕਵੇ ਬੰਦੇ ਦੇ ਕੋਲ ਆਉਣ ਦਿੰਦਾ ਜੀ। ਜਿਨ੍ਹਾਂ ਦੇ ਅੰਦਰ ਪਿਆਰ ਹੁੰਦਾ ਨਾ ਜੀ, ਉੱਥੇ ਗਿਲਾ ਸ਼ਿਕਵਾ ਨਹੀਂ ਕੋਈ ਰਹਿੰਦਾ ਜੀ, ਅਕੇਵਾਂ ਥਕੇਵਾਂ ਵੀ ਕੋਈ ਨਹੀਂ ਹੁੰਦਾ ਜੀ। ਹਾਂਜੀ, ਇਹ ਬੜੀ ਵੱਡੀ ਸ਼ਕਤੀ ਹੈ ਜੀ। ਇਸ ਵਾਸਤੇ ਬਾਣੀ 'ਚ ਮਹਾਰਾਜ ਨੇ ਕਿਹਾ ਆਪੇ ਲਾਇਓ ਆਪਣਾ ਪਿਆਰ। ਤੇ ਆਪਾਂ ਕੀ ਕਰਨਾ ਜੀ? ਆਪਣੀ ਡਿਊਟੀ ਹੈ ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ। ਭੁੱਲਾਂ ਚੁੱਕਾਂ ਦੀ ਮਾਫੀ ਦਿਓ। ਭਾਈ ਜਸਬੀਰ ਸਿੰਘ ਜੀ ਨੇ ਬਾਤ ਛੇਤੀ ਇੱਕ ਸ਼ਬਦ ਪੜ੍ਹ ਲੈਣਾ, ਅਰਦਾਸ ਬੇਨਤੀ ਹੋਏਗੀ, ਤੇ ਫਿਰ ਆਪਾਂ ਸੱਚੇ ਪਾਤਸ਼ਾਹ ਗਰੀਬ ਨਵਾਜੀ ਦੀਆਂ ਖੁਸ਼ੀਆਂ ਲੈ ਕੇ ਫਿਰ ਸਾਰੀਆਂ ਸੰਗਤਾਂ ਫਿਰ ਜਲ ਪਾਣੀ ਛਕਾਂਗੇ। ਤੇ ਬੀਬਾ ਸਰਬਜੀਤ ਕੌਰ ਜੀ ਬੜੀ ਸ਼ਰਧਾ ਦੇ ਨਾਲ, ਉਹਨਾਂ ਦੇ ਨਾ 9 ਪੁੱਤਰ ਬਾਹਰ ਕੈਨੇਡਾ 'ਚ ਨੇ, ਕੈਨੇਡਾ ਵਿੱਚ 9 ਪੁੱਤਰ, ਤੇ ਇਹਨਾਂ ਨੇ ਉਹਨਾਂ ਨੂੰ ਚੰਗੀ ਪ੍ਰੇਰਨਾ ਦਿੱਤੀ। 9 ਇਹਨਾਂ ਦੀ ਇੱਥੇ ਸ਼ਾਦੀ ਤੋਂ ਪਹਿਲਾਂ ਵੀ ਸੇਵਾ ਕਰਦੀ ਰਹੀ, ਬਾਅਦ ਵਿੱਚ ਵੀ ਸੇਵਾ ਕਰਦੀ ਰਹੀ। ਉਹਨਾਂ ਦੇ ਮਨ ਵਿੱਚ ਸ਼ਰਧਾ ਬਣੀ ਵੀ ਅਸੀਂ ਮਹਾਰਾਜ ਦੀ ਸੰਗਤ ਵਾਸਤੇ ਲੰਗਰ ਦੀ ਸੇਵਾ ਕਰੀਏ। ਹਾਂਜੀ, ਉਂਝ ਕੋਈ ਐਵੇਂ ਆਖੇ ਤਾਂ ਆਪਾਂ ਮੰਨਦੇ ਨਹੀਂ ਜੀ। ਹਾਂਜੀ, ਪਰ ਜਿਨ੍ਹਾਂ ਦਾ ਇਤਬਾਰ ਆ ਵੀ ਉਹਨਾਂ ਦੀ ਭਾਵਨਾ ਚੰਗੀ, ਉਹਨਾਂ ਦੀ ਕਮਾਈ ਚੰਗੀ ਹੈ। ਜੇ ਹੁਣ ਤੁਹਾਨੂੰ ਅਸੀਂ ਸੁਖਣਾ ਤੇ ਜਿਹੜਾ ਮਰਜ਼ੀ ਰਾਸ਼ਨ ਆਵੇ ਪਕਾ ਪਕਾ ਖਵਾਈ ਜਾਈਏ, ਤੁਸੀਂ ਨਹੀਂ ਬਹਿ ਸਕਦੇ 2-3 ਵਜੇ ਤੱਕ ਜੀ। ਹਾਂਜੀ, ਜੈਸਾ ਅੰਨ ਤੈਸਾ ਮਨ। ਉਸ ਰਾਸ਼ਨ ਨੇ ਦਲਿੱਦਰ ਪਾਉਣਾ, ਤੇ ਇੱਥੇ ਤੇ ਹਵਾਈ ਜਹਾਜ਼ ਚੱਲਣੇ ਜੀ। ਕਥਾ ਕੀਰਤਨ ਕਿਹਨੇ ਸੁਣਨਾ ਜੀ? ਦੇ ਘਰਾੜੇ ਤੇ ਘਰਾੜਾ ਜੀ, ਬੈਠਾ ਹੀ ਨਹੀਂ ਜਾਣਾ ਜੀ, ਬੈਠਾ ਨਹੀਂ ਜਾਣਾ, ਮਨ ਭਟਕੀ ਜਾਣੇ ਆ। ਇਸ ਵਾਸਤੇ ਇਸ ਗੱਲ ਦਾ ਮੈਂ ਤਾਂ ਪੂਰਾ ਧਿਆਨ ਰੱਖਦਾ ਜੇ ਕਿ ਇੱਥੇ ਜਿਹੜਾ ਲੰਗਰ ਭੋਜਨ ਪ੍ਰਸ਼ਾਦਾ ਚੰਗੀ ਕਿਰਤ ਦਾ ਬਣੇ, ਨਿਸ਼ਕਾਮਤਾਈ ਦੇ ਨਾਲ ਬਣੇ ਜੀ। ਕੋਈ ਕਾਮਨਾ ਨਹੀਂ ਉੱਚ ਹੋਣੀ ਚਾਹੀਦੀ। ਇੱਕੋ ਹੀ ਵੀ ਗੁਰੂ ਮਹਾਰਾਜ ਨੇ ਸਾਨੂੰ ਦਿੱਤਾ ਤਾਂ ਅਸੀਂ ਗੁਰੂ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਸੰਗਤਾਂ ਨੂੰ ਛਕਾਉਣਾ ਜੀ।
ਸੋ ਇਹਨਾਂ ਨੇ ਬੜੀ ਭਲੀ ਪ੍ਰੇਰਨਾ ਬੱਚਿਆਂ ਨੂੰ ਦਿੱਤੀ ਤੇ ਬੱਚੇ ਵੀ ਮਹਾਰਾਜ ਦੀ ਮਿਹਰ ਨਾਲ ਸਤਸੰਗੀ ਨੇ। ਉਹਨਾਂ ਨੇ ਵੀ ਇਹ ਚੰਗੀ ਭਾਵਨਾ ਬਣਾਈ ਤੇ ਉੱਥੇ ਬੈਠ ਕੇ ਉਹਨਾਂ ਨੇ ਸੇਵਾ ਨਿਭਾਈ। ਮਹਾਰਾਜ ਉਹਨਾਂ ਨੂੰ ਹੋਰ ਬਲ ਬਖਸ਼ਿਸ਼ ਕਰਨ, ਗੁਰੂ ਘਰ ਨਾਲ ਜੁੜਨ, ਬਾਣੀ ਪੜ੍ਹਨ। ਬੀਬਾ ਸਰਬਜੀਤ ਕੌਰ ਜੀ ਆਪਣੇ ਗ੍ਰਹਿ ਵਿਖੇ ਹਰ ਸ਼ਨਿਚਰਵਾਰ ਉਸਤਾਦ ਜੀ ਬਾਬਾ ਸਾਹਿਬ ਸਿੰਘ ਜੀ ਉਹਨਾਂ ਨੂੰ ਆਪਣੇ ਗ੍ਰਹਿ ਵਿਖੇ ਬੁਲਾ ਕੇ ਤੇ ਗੁਰਬਾਣੀ ਦੀ ਸੰਥਾ ਆਪ ਵੀ ਕਰਦੇ ਨੇ ਤੇ ਹੋਰ ਬਹੁਤ ਸਾਰੀਆਂ ਬੀਬੀਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਸੰਥਾ ਕਰਦੇ ਨੇ ਜੀ। ਘਰ ਵਿੱਚ ਆਈ ਸੰਗਤ ਦੀ ਸੇਵਾ ਵੀ ਕਰਦੇ ਆ ਤੇ ਉਸਤਾਦ ਜੀ ਦੀ ਵੀ ਸੇਵਾ ਕਰਦੇ ਆ, ਕਿਉਂ ਉਸਤਾਦਾਂ ਦੀ ਸੇਵਾ ਕਰਨੀ ਤੇ ਜ਼ਰੂਰੀ ਹੁੰਦੀ ਹੈ ਜੀ। ਹਾਂਜੀ, ਮਹਾਰਾਜ ਦੀ ਕਿਰਪਾ ਹੈ, ਬਖਸ਼ਿਸ਼ ਹੈ। ਗੁਰੂ ਮਹਾਰਾਜ ਮਿਹਰ ਕਰਨ, ਸਾਰਿਆਂ ਨੂੰ ਮਹਾਰਾਜ ਇਹੋ ਜਿਹਾ ਪ੍ਰੇਮ ਬਖਸ਼ਣ ਵੀ ਬਾਣੀ ਪੜ੍ਹਨੀ ਹੈ, ਸੇਵਾ ਕਰਨੀ ਹੈ, ਸਤਸੰਗ ਕਰਨਾ ਹੈ। ਸੱਚੇ ਪਾਤਸ਼ਾਹ ਸਾਰਿਆਂ 'ਤੇ ਕਿਰਪਾ ਕਰਨ, ਸਭਨਾਂ ਦੇ ਅੰਦਰ ਮਹਾਰਾਜ ਐਸਾ ਪ੍ਰੇਮ ਬਖਸ਼ਣ। ਜਿੰਨੇ ਸਰੀਰ ਮੈਂ ਵੇਖਣ ਡਿਆ ਮਹਾਰਾਜ ਦੀ ਮਿਹਰ ਨਾਲ ਬੀਬੀਆਂ ਸਿੰਘ ਸਾਰੇ ਆਪਣੀਆਂ ਆਪਣੀਆਂ ਡਿਊਟੀਆਂ ਨਿਭਾਉਂਦੇ ਨੇ। ਕੋਈ ਝਾੜੂ ਫੇਰਦਾ, ਕੋਈ ਭਾਂਡੇ ਮਾਂਜਦਾ, ਕੋਈ ਲੰਗਰ ਪਕਾਉਂਦਾ ਏ, ਸਾਰੇ ਹੀ ਸੇਵਾ ਕਰਦੇ ਨੇ। ਤੁਸੀਂ ਵੀ ਮਹਾਰਾਜ ਦੀ ਮਿਹਰ ਵਾਲੇ ਸਤਸੰਗੀ ਹੋ। ਇੱਕ ਵਿਹਲੜ ਬੰਦਾ ਤੁਹਾਡੇ ਵਿੱਚ ਮੈਂ ਹੀ ਹੈਗਾ ਜਿਹੜਾ ਕੁਝ ਨਹੀਂ ਕਰਦਾ ਜੀ। ਵਿਹਲੜ ਆਦਮੀ, ਮੇਰੇ 'ਤੇ ਕਿਰਪਾ ਕਰੋ, ਆਸ਼ੀਰਵਾਦ ਦਿਓ, ਮੈਂ ਵੀ ਸੇਵਾ ਕਰਿਆ ਕਰਾਂ। ਹਾਂਜੀ, ਸਤਿਗੁਰੂ ਮਹਾਰਾਜ ਕਿਰਪਾ ਕਰਨ, ਬਲ ਬਖਸ਼ਿਸ਼ ਕਰਨ ਤੇ ਸੇਵਾ ਦੇ ਵਿੱਚੋਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਗੁਰੂ ਮਹਾਰਾਜ ਸਾਰਿਆਂ 'ਤੇ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ ਕਰਿਓ ਜੀ। ਫਿਰ ਸਤਿਗੁਰੂ ਜੀ ਦੇ ਅਵਤਾਰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਹੁਣ ਆਪ ਜੀ ਸ਼ਬਦ ਸ਼ਰਵਣ ਕਰੋ। ਭਾਈ ਜਸਵੀਰ ਸਿੰਘ ਜੀ ਉਹਨਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਹੁੰਦਾ ਜੀ ਸਵੇਰੇ ਗੁਰਦੁਆਰਾ ਸਾਹਿਬ। ਮੈਂ ਇਹਨਾਂ ਨੂੰ ਬੜੀ ਬੇਨਤੀ ਕੀਤੀ, ਮੈਂ ਕਿਹਾ ਜੀ ਤੁਸੀਂ ਹਾਜ਼ਰੀ ਭਰ ਕੇ ਚੱਲ ਜਾ ਕਰੋ ਤੇ ਜਾ ਕੇ ਸੌਂ ਜਾ ਕਰੋ। ਤਾਂ ਫਿਰ ਉੱਠ ਕੇ ਮੈਂ 5 5:30 ਇਹਨਾਂ ਦਾ ਟਾਈਮ ਹੋ ਜਾਂਦਾ ਜੀ ਤੇ 3 3:30 ਇੱਥੋਂ ਜਾਂਦੇ ਆ ਜੀ। 2-3 ਵਾਰ ਮੈਂ ਕਹਿ ਕੇ ਇਹਨਾਂ ਨੂੰ ਪਹਿਲਾਂ ਹਾਜ਼ਰੀ ਮੈਂ ਕਿਹਾ ਭਰੋ ਤੇ ਜਾਓ। ਤੇ ਹੁਣ ਮੈਂ ਪਿਛਲੀ ਵਾਰਾਂ ਕਿਹਾ ਮੈਂ ਤੁਸੀਂ ਪਹਿਲਾਂ ਹਾਜ਼ਰੀ ਭਰ ਲੈਣੀ। ਕਹਿੰਦੇ ਜੇ ਮੈਨੂੰ ਤ੍ਰਿਪਤੀ ਨਹੀਂ ਆਉਂਦੀ, ਕਹਿੰਦੇ ਪਹਿਲਾਂ ਜਾਣ ਵਿੱਚ ਮੈਨੂੰ ਘਾਟਾ ਮਹਿਸੂਸ ਹੁੰਦਾ। ਕਹਿੰਦੇ ਇਹ ਵੀ ਇੱਕ ਮਹਾਰਾਜ ਦੀ ਮਿਹਰ ਹੈ। ਕਹਿੰਦੇ ਜੇ ਮੈਂ ਪਹਿਲਾਂ ਚਲੇ ਜਾਵਾਂ ਮੈਨੂੰ ਘਾਟਾ ਮਹਿਸੂਸ ਹੁੰਦਾ ਏ ਵੀ ਮੈਨੂੰ ਘਾਟਾ ਪਿਆ ਤੇ ਮੇਰਾ ਕਹਿੰਦੇ ਜਾਣ ਨੂੰ ਜੀ ਨਹੀਂ ਕਰਦਾ, ਮੈਂ ਮਗਰੋਂ ਹੀ ਹਾਜ਼ਰੀ ਭਰਨੀ ਆ। ਗੁਰੂ ਮਹਾਰਾਜ ਜੀ ਨੂੰ ਬਲ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।